ਗੁਰੂ ਜੀ ਦੀ ਸਾਜੀ ਨਵਾਜੀ, ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰਿਓ, ਆਪਾਂ ਨੂੰ ਜੋ ਗੁਰਬਾਣੀ ਗੁਰੂ ਵਿੱਚ ਗੁਰੂ ਸਾਹਿਬਾਨਾਂ ਨੇ, ਭਗਤਾਂ ਨੇ, ਗੁਰਸਿੱਖਾਂ ਨੇ, ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਨੇ ਜੋ ਸਾਨੂੰ ਉਪਦੇਸ਼ ਬਖਸ਼ਿਸ਼ ਕੀਤਾ ਹੈ, ਸਾਨੂੰ ਸਮਝਾਉਂਦੇ ਵੀ ਜੋ ਸਾਡਾ ਸਾਰਿਆਂ ਦਾ ਮੂਲ, ਸਾਡਾ ਮਾਤਾ ਪਿਤਾ ਨਿਰੰਕਾਰ ਵਾਹਿਗੁਰੂ, ਜਿਹਨੂੰ ਸਤਿਗੁਰੂ ਵੀ ਆਖੇ। ਹੁਣ ਆਪਣਾ ਜਿਹੜਾ ਮਨ ਹੈ, ਆਪਣੇ ਮਨ ਨੂੰ ਜਨ ਕਹਿੰਦੇ, ਪਰਮਾਤਮਾ ਨੂੰ ਬ੍ਰਹਮ ਕਹਿੰਦੇ, ਸੱਚ ਕਹਿੰਦੇ, ਸਤਿਗੁਰੂ ਕਹਿੰਦੇ, ਪਰਮਾਤਮਾ ਨੂੰ ਹਰ ਕਹਿੰਦੇ, ਤੇ ਆਪਣੇ ਮਨ ਨੂੰ ਜਨ ਕਹਿੰਦੇ। ਹੁਣ ਮਨ ਨੂੰ ਸਮਝਾਉਂਦੇ ਵੀ ਤੂੰ ਸਤਿਗੁਰੂ ਨੂੰ ਇਹਨਾਂ ਨੇਤਰਾਂ ਦੁਆਰਾ ਦੇਖ, ਨੈਣਾਂ ਦੁਆਰਾ ਦੇਖ। ਜਦੋਂ ਤੂੰ ਸਤਿਗੁਰੂ ਨੂੰ ਦੇਖੇਂਗਾ, ਸਤਿਗੁਰੂ ਤੋਂ ਤੂੰ ਮਨ ਚਿੰਦਿਆ ਫਲ ਹੈ ਜਿਹੜਾ, ਉਹਦੀ ਪ੍ਰਾਪਤੀ ਕਰ ਸਕੇਂਗਾ। ਇਸ ਲਈ ਫਿਰ ਸਾਨੂੰ ਸਮਝਾਉਂਦੇ ਵੀ ਮਾਲਕ ਨੂੰ ਦੇਖੋ, ਮਨ ਚਿੰਦਿਆ ਫਲ ਪ੍ਰਾਪਤ ਕਰੋ ਤੇ ਉਹਦੇ ਗੁਣ ਗਾਓ। ਗੁਰ ਦੀ ਮੱਤ ਲੈ ਕੇ ਉਹਦਾ ਸਿਮਰਨ ਕਰੋ। ਮਹਾਰਾਜ ਫਰਮਾਉਂਦੇ, ਹਰ ਜਨ ਦੇਖੋ ਸਤਿਗੁਰ ਨੈਣੀ, ਜੋ ਇੱਛੋ ਸੋਈ ਫਲ ਪਾਵੋ, ਹਰ ਬੋਲੋ ਗੁਰਮਤਿ ਬੈਣੀ। ਬਈ ਗੁਰੂ ਦੀ ਮੱਤ ਦੁਆਰਾ ਬੋਲੋ। ਕੀ ਬੋਲਣਾ ਹੈ? ਮਾਲਕ ਦਾ ਸਿਮਰਨ ਕਰੋ,
ਇਹ ਸਤਿਗੁਰ ਨੂੰ ਇਹਨਾਂ ਨੈਣਾਂ ਦੁਆਰਾ ਦੇਖੋ, ਉਹਦੇ ਦਰਸ਼ਨ ਕਰੋ। ਹੁਣ ਸਤਿਗੁਰ ਨੂੰ, ਪਰਮਾਤਮਾ ਨੂੰ ਅਸੀਂ ਫੇਰ ਹੀ ਦੇਖ ਸਕਦੇ ਹਾਂ ਜੇ ਸਾਨੂੰ ਦੇਖਣ ਦੀ ਜੁਗਤੀ ਆਉਂਦੀ, ਜੇ ਅਸੀਂ ਗੁਰੂ ਪਾਸੋਂ ਜੁਗਤ ਸਿੱਖੀਏ। ਮਹਾਰਾਜ ਫਰਮਾਉਂਦੇ, ਸੱਚ ਤਾਂ ਪਰ ਜਾਣੀਏ ਜੇ ਜੁਗਤ ਜਾਣੀ ਜੀਓ। ਬਈ ਸੱਚ ਨੂੰ, ਪਰਮਾਤਮਾ ਨੂੰ ਅਸੀਂ ਫੇਰ ਜਾਣ ਸਕਦੇ ਹਾਂ, ਫੇਰ ਹੀ ਅਸੀਂ ਉਹਨੂੰ ਦੇਖ ਸਕਦੇ ਹਾਂ ਜੇ ਸਾਨੂੰ ਜੁਗਤੀ ਆਉਂਦੀ, ਜੇ ਸਾਨੂੰ ਤਰੀਕਾ ਆਉਂਦਾ। ਉਹ ਜੁਗਤੀ, ਉਹ ਤਰੀਕਾ, ਉਹ ਗੁਰ ਫਿਰ ਸਾਨੂੰ ਗੁਰੂ ਨੇ ਦੱਸਣਾ ਹੁੰਦਾ। ਬਈ ਕਿਵੇਂ ਅਸੀਂ ਸਤਿਗੁਰ ਦੀ ਜਿਹੜੀ ਸੇਵਾ ਹੈ, ਉਹ ਸਤਿਗੁਰ ਦੀ ਸੇਵਾ ਕਰਨੀ, ਕਿਵੇਂ ਅਸੀਂ ਸਤਿਗੁਰ ਦੀ ਸੇਵਾ 'ਤੇ ਲੱਗਣਾ, ਉਹ ਫਿਰ ਸਾਨੂੰ ਗੁਰੂ ਅੱਗੇ ਸਤਿਗੁਰ ਦੀ ਸੇਵਾ 'ਤੇ ਲਾਉਂਦੇ। ਇਸ ਵਾਸਤੇ ਫਿਰ ਆਪਾਂ ਗੁਰੂ ਵਾਲੇ ਬਣਦੇ, ਗੁਰੂ ਦੀ ਸ਼ਰਨ ਦੇ ਵਿੱਚ ਜਾਂਦੇ ਹਾਂ, ਅੱਗੇ ਗੁਰੂ ਸਾਨੂੰ ਸਤਿਗੁਰ ਦੇ ਅੱਗੇ ਸਨਮੁਖ ਕਰਦੇ। ਹੁਣ ਆਪਾਂ ਨੂੰ ਫਿਰ ਸਮਝਾਉਂਦੇ ਵੀ ਪਰਮਾਤਮਾ, ਵਾਹਿਗੁਰੂ ਅਤੇ ਮਾਇਆ ਇਹ ਆਪਸ ਵਿੱਚ ਰਮੇ ਹੋਏ, ਆਪਸ ਵਿੱਚ ਇਕੱਠੇ ਨੇ। ਜਿਵੇਂ ਦੁੱਧ ਦੇ ਵਿੱਚ ਘਿਓ ਹੁੰਦਾ, ਹੁਣ ਦੁੱਧ ਦੇ ਵਿੱਚੋਂ ਜੇ ਘਿਓ ਵੱਖ ਕਰਨਾ ਹੈ, ਆਪਾਂ ਜੁਗਤੀ ਤਰੀਕਾ ਵਰਤਦੇ ਹਾਂ, ਉਹ ਵੀ ਇੱਕ ਜੁਗਤ। ਹੁਣ ਇਸੇ ਤਰ੍ਹਾਂ ਹੀ ਬ੍ਰਹਮ ਅਤੇ ਮਾਇਆ ਇਹ ਆਪਸ ਵਿੱਚ ਰਮੇ ਹੋਏ। ਸਤਿਗੁਰੂ ਕਹਿੰਦੇ ਵੀ ਇਹਨੂੰ ਵੱਖ ਕਰਨ ਵਾਸਤੇ ਸਾਨੂੰ ਜੁਗਤੀ ਚਾਹੀਦੀ, ਸਾਨੂੰ ਤਰੀਕਾ ਚਾਹੀਦਾ। ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ, ਮਾਇਆ ਬ੍ਰਹਮ ਰਮੇ ਸਭ ਸੰਗ, ਜਿਉ ਸਗਲ ਦੁੱਧ ਮੈਂ ਘੀਆ। ਊਚ ਨੀਚ ਮੈਂ ਜੋਤ ਸਮਾਣੀ, ਘਾਟ ਘਾਟ ਮਾਧੋ ਜੀਆ। ਬਈ ਮਾਲਕ ਦੀ ਜੋਤ ਤਾਂ ਸਭ ਦੇ ਵਿੱਚ ਹੈ। ਹੁਣ ਸਾਨੂੰ ਇਹ ਆਕਾਰ ਬਾਹਰੀ ਮਾਇਆ ਤਾਂ ਨਜ਼ਰ ਆਉਂਦੀ ਹੈ, ਪਰ ਮਾਲਕ ਦੀ ਜਿਹੜੀ ਜੋਤ, ਸਾਨੂੰ ਉਹ ਜੋਤ ਨਹੀਂ ਦਿਖਾਈ ਦਿੰਦੀ, ਸਾਨੂੰ ਪਰਮਾਤਮਾ ਨਹੀਂ ਦਿਸਦਾ। ਹੁਣ ਉਹਦੇ ਵਾਸਤੇ ਫਿਰ ਸਾਨੂੰ ਜੁਗਤੀ ਸਿਖਾਈ ਜਾਂਦੀ, ਜਿਹਨੂੰ ਫਿਰ ਅਕਲ ਕਲਾ ਕਹਿੰਦੇ, ਜਿਹਨੂੰ ਗੁਰ ਕਹਿੰਦੇ, ਹੁਨਰ ਕਹਿੰਦੇ, ਢੰਗ ਤਰੀਕਾ ਕਹਿੰਦੇ। ਉਹ ਫਿਰ ਗੁਰ, ਉਹ ਤਰੀਕਾ ਸਾਨੂੰ ਗੁਰੂ ਦੱਸਦਾ। ਜਦੋਂ ਅਸੀਂ ਗੁਰੂ ਦੀ ਸ਼ਰਨ 'ਚ ਜਾਂਦੇ ਹਾਂ, ਉਹ ਫਿਰ ਸਾਨੂੰ ਸਤਿਗੁਰ ਨੂੰ ਬੁਝਾਉਂਦੇ, ਉਹ ਸਾਡਾ ਭਰਮ ਦਾ ਪਰਦਾ ਪਾਸੇ ਕਰਦੇ। ਜਿਸ ਵਰਥਾਏ ਮਹਾਰਾਜ ਫਰਮਾਉਂਦੇ, ਜੋਗ ਜੁਗਤ ਸੁਣਾਇਓ ਗੁਰ ਪੇ, ਮੋਕੋ ਸਤਿਗੁਰ ਸ਼ਬਦ ਬੁਝਾਇਓ। ਬਈ ਅਸੀਂ ਗੁਰੂ ਦੀ ਸ਼ਰਨ 'ਚ ਗਏ ਸੀ, ਗੁਰੂ ਨੇ ਸਾਨੂੰ ਜੋਗ ਦੱਸੇ। ਜੋਗ ਹੁੰਦਾ ਜੁੜਨਾ। ਜੋਗ ਕਹਿੰਦੇ ਬਈ ਕਿਵੇਂ ਸਤਿਗੁਰ ਨਾਲ ਜੁੜਿਆ ਜਾਵੇ, ਕਿਵੇਂ ਗੁਰੂ ਦੇ ਨਾਲ ਜੁੜਿਆ ਜਾਵੇ, ਉਹਨੂੰ ਕਹਿੰਦੇ ਗੁਰਮਤਿ ਜੋਗ। ਹੁਣ ਤਾਈਓ ਮਹਾਰਾਜ ਕਹਿੰਦੇ ਵੀ ਇਕੱਲਾ ਗੱਲਾਂ ਦੇ ਨਾਲ ਜੋਗ ਨਹੀਂ ਹੁੰਦਾ, ਜੋਗ ਹੁੰਦਾ ਗੁਰੂ ਦੀ ਮੱਤ ਲੈ ਕੇ। ਤਾਈਓ ਮਹਾਰਾਜ ਕਹਿੰਦੇ ਗੱਲੀ ਜੋਗ ਨਾ ਹੋਈ, ਏਕ ਜੋਤ ਜੋ ਸਮ ਕਰ ਜਾਣੇ, ਜੋਗੀ ਕਹੀਏ ਸੋਈ। ਬਈ ਗੱਲਾਂ ਦੇ ਨਾਲ ਜੋਗ ਨਹੀਂ ਹੁੰਦਾ, ਗੱਲਾਂ ਦੇ ਨਾਲ ਜੋਗੀ ਨਹੀਂ ਬਣਿਆ ਜਾਂਦਾ। ਜੋਗੀ ਕਹਿੰਦੇ ਗੁਰਮੁਖ ਨੂੰ, ਗੁਰਮੁਖ ਜੋਗੀ। ਬਈ ਜੋਗੀ ਗੱਲਾਂ ਨਾਲ ਨਹੀਂ, ਜੋਗੀ ਉਹ ਹੈ ਜਿਹੜਾ ਇੱਕ ਦ੍ਰਿਸ਼ਟ ਦੁਆਰਾ
ਸਭਨਾਂ ਦੇ ਵਿੱਚ ਮਾਲਕ ਨੂੰ ਦੇਖਦਾ, ਉਹਨੂੰ ਕਹਿੰਦੇ ਜੋਗੀ ਜੁੜਿਆ ਹੋਇਆ। ਹੁਣ ਇਸੇ ਤਰ੍ਹਾਂ ਹੀ ਫਿਰ ਆਪਾਂ ਨੂੰ ਗੁਰੂ ਨੇ ਯੋਗ ਦੱਸਣਾ ਵੀ ਕਿਵੇਂ ਅਸੀਂ ਜੁੜਨਾ, ਕਿਵੇਂ ਅਸੀਂ ਗੁਰੂ ਦੀ ਸੇਵਾ ਕਰਨੀ, ਕਿਵੇਂ ਅਸੀਂ ਸਤਿਗੁਰ ਦੀ ਸੇਵਾ ਕਰਨੀ। ਇਹ ਫਿਰ ਆਪਾਂ ਨੂੰ ਗੁਰੂ ਨੇ ਗਿਆਨ ਦੇਣਾ, ਗੁਰੂ ਨੇ ਸਾਰੀ ਸੋਝੀ ਦੇਣੀ। ਹੁਣ ਜਿਹੜੀ ਸਤਿਗੁਰ ਦੀ ਸੇਵਾ ਹੈ ਉਹ ਦ੍ਰਿਸ਼ਟੀ ਦੁਆਰਾ ਕੀਤੀ ਜਾਂਦੀ, ਨਜ਼ਰਾਂ ਦੁਆਰਾ ਹੁੰਦੀ। ਮਾਲਕ ਸਾਹਮਣੇ ਹੈ, ਸਤਿਗੁਰ ਸਾਹਮਣੇ, ਉਹਨੂੰ ਦੇਖ ਦੇਖ ਕੇ ਸਤਿਗੁਰ ਦੀ ਸੇਵਾ ਕਰ। ਮਹਾਰਾਜ ਕਹਿੰਦੇ ਨਦਰੀ ਸਤਿਗੁਰ ਸੇਵੀਐ, ਨਦਰੀ ਸੇਵਾ ਹੋਈ। ਨਦਰੀ ਇਹ ਮਨ ਵਸ ਆਵੇ, ਨਦਰੀ ਮਨ ਨਿਰਮਲ ਹੋਵੇ। ਬਈ ਨਜ਼ਰਾਂ ਦੁਆਰਾ ਸੇਵਾ ਕਰਨੀ ਸਤਿਗੁਰੂ ਦੀ, ਨਜ਼ਰਾਂ ਦੁਆਰਾ ਦੇਖਣਾ, ਇਹ ਫਿਰ ਸੇਵਾ ਹੈ। ਇਹਦੇ ਦੁਆਰਾ ਹੀ ਸੇਵਾ ਦੇ ਸਾਡਾ ਮਨ ਵਸ 'ਚ ਰਹਿੰਦਾ ਅਤੇ ਮਨ ਨਿਰਮਲ ਰਹਿੰਦਾ। ਹੁਣ ਸਤਿਗੁਰ ਦੀ ਜਿਹੜੀ ਸੇਵਾ ਉਹ ਫਿਰ ਇਹ ਦ੍ਰਿਸ਼ਟੀ ਦੁਆਰਾ ਕੀਤੀ ਜਾਂਦੀ, ਨਜ਼ਰਾਂ ਦੁਆਰਾ। ਇਹ ਕੀਤੀ ਹੋਈ ਸੇਵਾ ਸਤਿਗੁਰ ਦੀ ਸਫਲ ਹੈ ਜੇ ਅਸੀਂ ਇੱਕ ਮਨ ਇੱਕ ਚਿੱਤ ਹੋ ਕੇ ਕਰਦੇ ਹਾਂ। ਮਹਾਰਾਜ ਕਹਿੰਦੇ ਸਤਿਗੁਰ ਕੀ ਸੇਵਾ ਸਫਲ ਹੈ, ਜੇ ਕੋ ਕਰੇ ਚਿੱਤ ਲਾਏ, ਮਨ ਚਿੰਦਿਆ ਫਲ ਪਾਵਨ, ਹਉਮੈ ਵਿੱਚੋਂ ਜਾਏ। ਇਹ ਕੀਤੀ ਹੋਈ ਸੇਵਾ ਸਤਿਗੁਰੂ ਦੀ ਸਫਲ ਹੈ। ਇਹ ਸੇਵਾ ਕਰਨ ਦੇ ਨਾਲ ਸਾਨੂੰ ਮਨ ਚਿੰਦਿਆ ਫਲ ਪ੍ਰਾਪਤ ਹੁੰਦਾ ਅਤੇ ਸਾਡੇ ਅੰਦਰੋਂ ਹਉਮੈ ਦਾ ਨਾਸ ਹੋ ਜਾਂਦਾ, ਹਉਮੈ ਖਤਮ ਹੋ ਜਾਂਦੀ। ਹੁਣ ਤਾਈਓ ਫਿਰ ਸਾਨੂੰ ਕਹਿੰਦੇ ਬਈ ਸਤਿਗੁਰ ਦੀ ਸੇਵਾ ਕਰ, ਇੱਕ ਦੀ ਸੇਵਾ ਕਰੋ ਜਿਹਦੇ ਦੁਆਰਾ ਜੋ ਸਾਡੀ ਇੱਛਾ ਉਹ ਸਾਨੂੰ ਫਲ ਮਿਲੇਗਾ। ਜੇ ਅਸੀਂ ਦੂਜੇ ਦੀ ਸੇਵਾ ਕਰਾਂਗੇ ਮਾਇਆ ਦੀ, ਫਿਰ ਸਾਡਾ ਜਿਹੜਾ ਜੀਵਨ ਉਹ ਵਿਅਰਥ ਚਲਾ ਜਾਏਗਾ। ਮਹਾਰਾਜ ਇਸ ਲਈ ਫਰਮਾਉਂਦੇ ਹਰ ਕੀ ਤੁਮ ਸੇਵਾ ਕਰੋ, ਦੂਜੀ ਸੇਵਾ ਕਰੋ ਨਾ ਕੋਈ ਜੀ। ਹਰ ਕੀ ਸੇਵਾ ਤੇ ਮਨ ਚਿੰਦਿਆ ਫਲ ਪਾਈਏ, ਦੂਜੀ ਸੇਵਾ ਜਨਮ ਬਿਰਥਾ ਜਾਈ ਜੀ। ਬਈ ਸੇਵਾ ਕਰੋ ਇੱਕ ਦੀ, ਸਤਿਗੁਰ ਦੀ ਸੇਵਾ ਕਰੋ, ਮਾਲਕ ਦੀ, ਦੂਜੀ ਸੇਵਾ ਨਾਲ ਜਨਮ ਵਿਅਰਥ ਚਲਾ ਜਾਏਗਾ। ਹੁਣ ਇੱਕ ਦੀ ਸੇਵਾ ਅਸੀਂ ਫੇਰ ਹੀ ਕਰ ਸਕਦੇ ਹਾਂ ਮਾਲਕ ਦੀ, ਜੇ ਅਸੀਂ ਗੁਰੂ ਦੀ ਮੱਤ ਲਵਾਂਗੇ। ਆਪਦੀ ਮੱਤ ਦੁਆਰਾ ਜੀਵ ਦੂਜੇ ਦੀ ਪੂਜਾ ਕਰਤ, ਦੂਜੇ ਦੀ ਸੇਵਾ 'ਤੇ ਲੱਗਿਆ ਹੋਇਆ। ਹੁਣ ਦੂਜੇ ਦੀ ਸੇਵਾ 'ਤੇ ਲੱਗੇ ਹਾਂ, ਅਸੀਂ ਡੁੱਬਾਂਗੇ ਭਾਵ ਜਲ ਦੇ ਵਿੱਚ। ਮਾਰੇ ਤਾਈਓ ਫਰਮਾਉਂਦੇ ਖਸਮ ਛੋੜ ਦੂਜੇ ਲੱਗੇ, ਡੂਬੇ ਸੇ ਬਣ ਜਾ ਰਹੇ ਆ। ਬਈ ਜਿਨ੍ਹਾਂ ਨੇ ਇੱਕ ਦੀ ਸੇਵਾ ਛੱਡ ਕੇ ਮਾਲਕ ਦੀ ਦੂਜੇ ਦੀ ਚਾਕਰੀ 'ਤੇ ਲੱਗ ਗਈ, ਸੇਵਾ ਕੀਤੀ ਆਵੇ ਤਵੇ ਦੀ। ਮਹਾਰਾਜ ਕਹਿੰਦੇ ਦੂਜੇ ਦੀ ਸੇਵਾ ਇਉਂ ਹੈ ਜਿਵੇਂ ਕੋਈ ਜੀਵ ਪੱਥਰ ਦੀ ਬੇੜੀ 'ਤੇ ਸਵਾਰ ਹੋ ਜੇ, ਪੱਥਰ ਦੀ ਕਿਸ਼ਤੀ 'ਤੇ। ਹੁਣ ਉਹ ਪੱਥਰ ਦੀ ਬੇੜੀ ਡੁੱਬ ਜੇਗੀ, ਨਾਲ ਸਾਨੂੰ ਵੀ ਡੁੱਬ ਲੇਗੀ, ਜਿਹੜਾ ਉਹਦੇ 'ਤੇ ਚੜ੍ਹੇਗਾ ਉਹ ਵੀ ਡੁੱਬ ਜੇਗਾ। ਹੁਣ ਇਸੇ ਤਰ੍ਹਾਂ ਹੀ ਜੇ ਅਸੀਂ ਸਤਿਗੁਰ ਦੀ ਸੇਵਾ ਤੋਂ ਬਿਨਾਂ ਹੋਰ ਦੂਜੀ ਸੇਵਾ 'ਤੇ
ਲੱਗ ਕੇ ਆਖੀਏ ਵੀ ਅਸੀਂ ਤਰ ਜਾਂਗੇ, ਸਾਨੂੰ ਦਰਗਾਹ 'ਚ ਥਾਂ ਮਿਲ ਜੇਗੀ। ਮਹਾਰਾਜ ਕਹਿੰਦੇ ਇੱਦਾਂ ਹੋਣਾ ਨਹੀਂ ਹੈ। ਗੁਰੂ ਨਾਨਕ ਪਾਤਸ਼ਾਹ ਫਰਮਾਉਂਦੇ, ਆਵੇ ਤਵੇ ਕੀ ਚਾਕਰੀ, ਕਿਉ ਦਰਗਾਹ ਪਾਵੇ, ਪੱਥਰ ਕੀ ਬੇੜੀ ਜੀ ਚੜ੍ਹੀ, ਪਰ ਨਾਲ ਵਡਾਵੇ। ਬਈ ਜੇ ਅਸੀਂ ਪੱਥਰ ਦੀ ਬੇੜੀ ਤੇ ਚੜਾਂਗੇ ਤੇ ਭਾਰ ਨਾਲ ਹੀ ਡੁੱਬ ਜਾਂਗੇ। ਹੁਣ ਦੂਜੇ ਦੀ ਸੇਵਾ ਕੀ ਹੈ ਤੇ ਕਿਵੇਂ ਕੀਤੀ ਜਾਂਦੀ, ਉਹਦੇ ਵਾਸਤੇ ਸਾਨੂੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਰੋਜ਼ ਸਮਝਾਉਂਦੇ। ਬਈ ਕੋਈ ਜੀਵ ਪੱਥਰ ਦੀ ਪੂਜਾ ਕਰਦਾ, ਕੋਈ ਜੀਵ ਮਰਿਆਂ ਨੂੰ ਮੰਨਦਾ, ਕੋਈ ਜੀਵ ਪਸ਼ੂਆਂ ਦੀ ਪੂਜਾ ਕਰਦਾ, ਕੋਈ ਦਰਖਤਾਂ ਦੀ ਪੂਜਾ ਕਰਦਾ, ਕੋਈ ਜੀਵ ਪਿਤਰਾਂ ਨੂੰ ਮੰਨਦਾ, ਵੱਡੇ ਵਡੇਰਿਆਂ ਨੂੰ। ਹੁਣ ਇਹ ਸਭ ਦੂਜੇ ਦੀ ਸੇਵਾ ਹੈ, ਇਹ ਸਭ ਦੂਜੇ ਦੀ ਚਾਕਰੀ। ਮਹਾਰਾਜ ਫਰਮਾਉਂਦੇ, ਕੋ ਬਤਾਨ ਕੋ ਪੂਜਤ ਹੈ ਪਸ, ਉਹ ਮਿਰਤਾਨ ਕੋ ਪੂਜਣ ਧਾਇਓ, ਕੂਰ ਕਿਰਿਆ ਮੈਂ ਉਰਜਿਓ ਸਭ ਹੀ ਜਗ, ਸ਼੍ਰੀ ਭਗਵਾਨ ਕੋ ਭੇਦ ਨਾ ਪਾਇਓ। ਬਈ ਜੋ ਮਾਲਕ ਹੈ ਪਰਮਾਤਮਾ, ਉਹਦਾ ਇਹਨਾਂ ਨੇ ਭੇਦ ਨਹੀਂ ਜਾਣਾ। ਸੇਵਾ ਤੇ ਲੱਗੇ ਦੂਜੇ ਦੀ, ਦੂਜੇ ਦੀ ਸੇਵਾ ਕਰਦੇ ਨੇ ਤੇ ਇਹ ਸੇਵਾ ਡੁੱਬ ਜਲੇਗੀ ਇਹਨਾਂ ਨੂੰ। ਹੁਣ ਜਿਹਦੀ ਜੀਵ ਸੇਵਾ ਕਰਦਾ ਹੈ ਉਹਨੂੰ ਉੱਦਾਂ ਦਾ ਹੀ ਫਲ ਮਿਲ ਜਾਂਦਾ, ਉਹੀ ਰੂਪ ਹੋ ਜਾਂਦਾ। ਜੇ ਹੁਣ ਜੀਵ ਪੱਥਰ ਦੀ ਪੂਜਾ ਕਰੇਗਾ, ਉਹਦੇ ਮਨ 'ਚ ਪੱਥਰ ਵਸ ਜੇਗਾ। ਜੇ ਸਾਡੇ ਮਨ 'ਚ ਪੱਥਰ ਦੀ ਮੂਰਤ ਵਸ ਗਈ ਤੇ ਜਦੋਂ ਸਾਡਾ ਦਿੱਤਾ ਹੋਇਆ ਸਮਾਂ ਖਤਮ ਹੋਏਗਾ, ਅਸੀਂ ਮਾਨਸ ਤੋਂ ਪੱਥਰ ਬਣ ਜਾਵਾਂਗੇ। ਪੱਥਰ ਇੱਕ ਜੂਨ ਹੈ, ਬਹੁਤ ਲੰਮੀ ਆਰਜੂ ਹੁੰਦੀ ਉੱਥੇ, ਵੱਡੇ ਵੱਡੇ ਪਹਾੜ ਖੜੇ ਨੇ, ਉਹ ਇੱਕ ਜੂਨਾਂ ਨੇ। ਜੇ ਕੋਈ ਜੀਵ ਦਰਖਤ ਦੀ ਪੂਜਾ ਕਰਦਾ ਹੈ ਤੇ ਅਸੀਂ ਦਰਖਤ ਬਣ ਜਾਣ। ਦਰਖਤ ਵੀ ਹੁਣ ਕਿੰਨੇ ਲੰਮੇ ਲੰਮੇ ਸਮੇਂ ਤੋਂ ਆਪਾਂ ਦੇਖਦੇ ਹਾਂ ਵੀ ਆ ਪਿੱਪਲ ਬਰੋਟੇ ਖੜੇ ਨੇ, ਕਿੰਨੀਆਂ ਸਦੀਆਂ ਲੰਘ ਜਾਂਦੀਆਂ ਖੜੇ ਹਨ, ਇੱਕ ਤਾਂ ਦੇ ਖੜੇ ਨੇ, ਇਹ ਵੀ ਜੂਨਾਂ ਨੇ। ਜੇ ਅਸੀਂ ਭੂਤਾਂ ਪ੍ਰੇਤਾਂ ਨੂੰ ਮੰਨਾਂਗੇ, ਅਸੀਂ ਉਧਰ ਨੂੰ ਚਲੇ ਜਾਵਾਂਗੇ। ਜਾਣੀ ਦੀ ਆਪਾਂ ਨੂੰ ਦੱਸਿਆ ਗੁਰਬਾਣੀ ਗੁਰੂ ਵਿੱਚ, ਬਈ ਤੁਸੀਂ ਸੇਵਾ ਕਰੋ ਸਤਿਗੁਰੂ ਦੀ, ਜਿਹੜਾ ਹਰ ਥਾਂ 'ਤੇ ਮੌਜੂਦ ਹੈ। ਸਾਡੇ ਅੰਦਰ ਵੀ ਹੈ ਤੇ ਬਾਹਰ ਵੀ ਚਾਰ ਛਿਪੇਰੇ ਮੌਜੂਦ ਹੈ। ਜਦੋਂ ਅਸੀਂ ਉਹਨੂੰ ਚੇਤੇ ਕਰਾਂਗੇ, ਉਦੋਂ ਹੀ ਹਾਜ਼ਰ। ਮਹਾਰਾਜ ਤਾਈਓ ਕਹਿੰਦੇ ਨਾ, ਹਾਜ਼ਰਾ ਹਜ਼ੂਰ ਹੈ, ਜਾਹਰਾ ਜ਼ਹੂਰ ਹੈ। ਬਈ ਮਾਲਕ ਹਰ ਥਾਂ 'ਤੇ ਹਾਜ਼ਰ, ਅਸੀਂ ਉਹਨੂੰ ਚੇਤੇ ਕਰਾਂਗੇ ਤੇ ਉਦੋਂ ਹੀ ਹਾਜ਼ਰ। ਇਹ ਨਹੀਂ ਬਈ ਇੱਕ ਥਾਂ 'ਤੇ ਹੈਗਾ ਤੇ ਦੂਜੇ ਥਾਂ 'ਤੇ ਹੈ ਹੀ ਨਹੀਂ, ਵੀ ਜਾਂ ਉਹਨੇ ਕਿਤੋਂ ਚੱਲ ਕੇ ਆਉਣਾ ਵੀ ਸਮਾਂ ਲੱਗ ਜਾਵੇ। ਸਮਾਂ ਤਾਂ ਲੱਗੂ ਜੇ ਉਹ ਦੂਰ ਹੋਵੇ। ਉਹਦਾ ਹਰ ਸਮੇਂ ਸਾਡੇ ਅੰਗ ਸੰਗ। ਵਾਹਿਓ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਫਰਮਾਉਂਦੇ, ਸਦਾ ਅੰਗ ਸੰਗੀ, ਵੀ ਉਹ ਸਦਾ ਹੀ ਸਾਡੇ ਅੰਗ ਤੇ ਅੰਗਾਂ ਦੇ ਨਾਲ ਸੰਗ। ਹੁਣ ਜਿਹੜਾ ਸਾਡੇ ਇੰਨਾ ਨੇੜੇ ਹੈ, ਮਹਾਰਾਜ ਕਹਿੰਦੇ ਵੀ ਜੀਵ ਉਹਨੂੰ ਨਹੀਂ ਚੇਤੇ ਕਰਦਾ, ਜੋ ਦੂਰ ਹੈ ਉਹਦੇ ਨਾਲ ਜੁੜਿਆ ਹੋਏ। ਫਰਮਾਉਂਦੇ, ਸੰਗ ਸਹਾਈ ਸੋ ਆਵੇ ਨਾ ਚੀਤ, ਜੋ ਵੈਰਾਈ ਤਾਂ ਸਿਉ ਪ੍ਰੀਤ। ਬਈ ਜੋ ਦੂਰ ਹੈ ਮਾਇਆ, ਉਹਦੇ ਨਾਲ ਤਾਂ ਪ੍ਰੀਤ ਕਰਦਾ ਹੈ। ਜੋ ਨੇੜੇ ਮਾਲਕ ਹਾਜ਼ਰ ਨਾਜ਼ਰ, ਉਹਨੂੰ ਦੂਰ ਸਮਝਦਾ ਵੀ ਰੱਬ ਪਤਾ ਨਹੀਂ ਕਿੱਡੀ ਕੁ ਦੂਰ ਹੈ, ਕਿੱਥੇ। ਬਈ ਉਹ ਸਾਨੂੰ ਪਤਾ ਨਹੀਂ ਦੇਖਦਾ ਕਿ ਜਾਂ ਨਹੀਂ ਦੇਖਦਾ, ਜਾਂ ਸਾਡੀ ਸੁਣਦਾ ਵੀ ਹੈ ਕਿ ਜਾਂ ਨਹੀਂ ਸੁਣਦਾ।
ਜਿਵੇਂ ਆਮ ਜੀਵ ਕਹਿ ਦਿੰਦੇ ਵੀ ਪਹਿਲਾਂ ਰੱਬ ਵੀ ਨੇੜੇ ਸੀ, ਹੁਣ ਤਾਂ ਰੱਬ ਵੀ ਦੂਰ ਚਲਾ ਗਿਆ। ਰੱਬ ਨਹੀਂ ਦੂਰ ਗਿਆ, ਉਹ ਤਾਂ ਹੁਣ ਵੀ ਸਾਡੇ ਨੇੜੇ ਹੀ ਹੈ, ਅਸੀਂ ਦੂਰ ਚਲੇ ਗਏ। ਸਾਡਾ ਮਨ ਇਹਨਾਂ ਵਿਚਾਰਾਂ 'ਚ ਚਲਾ ਗਿਆ, ਭਰਮ ਦੇ ਵਿੱਚ, ਅਸੀਂ ਮਾਲਕ ਤੋਂ ਦੂਰ ਹੋ ਗਏ ਹਾਂ। ਦੂਰ ਹੁੰਦੇ 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 ਅਸੀਂ ਇੰਨੇ ਦੂਰ ਆ ਗਏ ਹਾਂ ਬਈ ਸਮਝਦੇ ਹਾਂ ਵੀ ਰੱਬ ਪਤਾ ਨਹੀਂ ਕਿੱਡੀ ਕੁ ਦੂਰ। ਤੇ ਆਪਾਂ ਨੂੰ ਸਤਿਗੁਰੂ ਕਹਿੰਦੇ ਦੂਰ ਤਾਂ ਹੈ ਹੀ ਨਹੀਂ, ਵੀ ਉਹ ਤਾਂ ਹਰ ਸਮੇਂ ਸਾਡੇ ਨਾਲ ਹੈ ਅਤੇ ਹਰ ਸਮੇਂ ਸਾਨੂੰ ਦੇਖ ਰਹੀ ਹੈ। ਜੋ ਅਸੀਂ ਬੋਲਦੇ ਹਾਂ ਸਾਡੀ ਹਰ ਇੱਕ ਗੱਲ ਸੁਣਦਾ, ਜੋ ਅਸੀਂ ਦੇਖਦੇ ਹਾਂ ਸਾਨੂੰ ਉਹ ਵੀ ਦੇਖ ਰਹੇ। ਇਹ ਸਦਾ ਹੀ ਬੋਲ ਰਹੇ, ਉਹ ਚੁੱਪ ਹੁੰਦਾ ਹੀ ਨਹੀਂ, ਬੋਲੀ ਜਾਂਦਾ ਲਗਾਤਾਰ ਸਾਡੇ ਅੰਦਰ ਵੀ ਕਿਤੇ ਤਾਂ ਮੇਰੀ ਆਵਾਜ਼ ਨੂੰ ਸੁਣਨਗੇ। ਮਹਾਰਾਜ ਇਸ ਲਈ ਫਿਰ ਫਰਮਾਉਂਦੇ ਹੈ, ਮਨ ਮਤ ਜਾਣ ਹਰ ਦੂਰ ਹੈ, ਸਦਾ ਵੇਖ ਹਦੂਰ, ਸਦ ਸੁਣਦਾ ਸਦ ਵੇਖਦਾ, ਸ਼ਬਦ ਰਿਹਾ ਭਰਪੂਰ। ਬਈ ਮਾਲਕ ਸਾਨੂੰ ਸਦਾ ਹੀ ਦੇਖਦਾ ਅਤੇ ਸਦਾ ਹੀ ਸਾਡੀ ਸੁਣਦਾ। ਇਹ ਸਦਾ ਹੀ ਬੋਲ ਰਹੇ ਆ, ਲਗਾਤਾਰ ਬੋਲੀ ਜਾ ਰਹੇ। ਹੁਣ ਮਨ ਨੂੰ ਸਮਝਾਉਂਦੇ ਬਈ ਤੈਨੂੰ ਹਰ ਸਮੇਂ ਦੇਖ ਰਿਹਾ, ਜੋ ਵੀ ਤੂੰ ਕਰਦਾ, ਜੋ ਵੀ ਅਸੀਂ ਬੋਲਦੇ ਹਾਂ, ਸਭ ਤੋਂ ਪਹਿਲਾਂ ਸਾਡੀ ਆਵਾਜ਼ ਨੂੰ ਵਾਹਿਗੁਰੂ ਸੁਣਦਾ, ਫਿਰ ਅੱਗੇ ਅਸੀਂ ਸੁਣਦੇ ਹਾਂ। ਸੋ ਤਾਈਓ ਫਿਰ ਸਾਨੂੰ ਕਹਿੰਦੇ ਵੀ ਅਸੀਂ ਉਹ ਤੋਂ ਕੁਝ ਛੁਪਾ ਨਹੀਂ ਸਕਦੇ ਮਾਲਕ ਤੋਂ। ਉਹ ਸਾਨੂੰ ਅੰਦਰੋਂ ਵੀ ਅਤੇ ਬਾਹਰੋਂ ਵੀ ਸਾਰੇ ਪਾਸਿਓਂ ਦੇਖ ਰਹੇ। ਮਹਾਰਾਜ ਫਰਮਾਉਂਦੇ ਮਨ ਮੂੜੇ, ਦੇਖ ਰਿਓ ਪ੍ਰਭ ਸੁਆਮੀ, ਜੋ ਕਿਛ ਕਰੇ ਸੋਈ ਸੋਈ ਜਾਣੇ, ਰਹੇ ਨਾ ਕਛੂ ਛਾਨੀ। ਮਨ ਨੂੰ ਕਹਿੰਦੇ ਵੀ ਮੂਰਖਾ ਤੈਨੂੰ ਪਰਮਾਤਮਾ ਦੇਖ ਰਿਹਾ, ਤੂੰ ਜੋ ਵੀ ਕਰਦਾ ਹੈ ਨਾ ਤੂੰ ਪਰਮਾਤਮਾ ਤੋਂ ਛੁਪਾ ਨਹੀਂ ਸਕਦਾ, ਕਿਉਂਕਿ ਉਹ ਸਾਨੂੰ ਹਰ ਪਾਸਿਓਂ ਦੇਖ ਰਿਹਾ। ਜੋ ਵੀ ਅਸੀਂ ਬੋਲਦੇ ਹਾਂ ਸਭ ਤੋਂ ਪਹਿਲਾਂ ਸਾਡੀ ਆਵਾਜ਼ ਨੂੰ ਮਾਲਕ ਹੀ ਸੁਣਦਾ। ਹੁਣ ਜੇ ਸਾਨੂੰ ਇਹ ਭੇਤ ਆ ਜੇ ਵੀ ਸਭ ਤੋਂ ਪਹਿਲਾਂ ਸਾਡੀ ਆਵਾਜ਼ ਨੂੰ ਮਾਲਕ ਹੀ ਸੁਣਦਾ ਹੈ, ਫਿਰ ਅਸੀਂ ਮੁਖ ਤੋਂ ਐਸੇ ਬੋਲ ਨਾ ਬੋਲੀਏ ਜਿਹੜੇ ਮਾਲਕ ਨੂੰ ਭਾਉਂਦੇ ਨਹੀਂ, ਜਿਹੜੇ ਮਾਲਕ ਨੂੰ ਚੰਗੇ ਨਹੀਂ ਲੱਗਦੇ। ਜਿਹੜੇ ਬੋਲ ਬੋਲ ਕੇ ਅਸੀਂ ਪਰਮਾਤਮਾ ਤੋਂ ਦੂਰ ਹੋ ਗਏ, ਸਾਡੀ ਉਹਦੀ ਨਾਲੋਂ ਜਿਹੜਾ ਪਿਆਰ ਸੀ, ਜਿਹੜੀ ਪ੍ਰੀਤ ਸੀ, ਉਹ ਟੁੱਟ ਗਈ। ਕਿਉਂ ਟੁੱਟੀ? ਕਿਉਂਕਿ ਅਸੀਂ ਦੁਬਦਾ ਵਸ ਹੋ ਕੇ ਅਸੀਂ ਫਿੱਕੇ ਬੋਲ ਬੋਲਣੇ ਸ਼ੁਰੂ ਕਰ ਦਿੱਤੇ, ਮਾੜਾ ਬੋਲਣਾ ਸ਼ੁਰੂ ਕਰ ਦਿੱਤਾ। ਅਸੀਂ ਕਿਸੇ ਦੀ ਨਿੰਦਿਆ ਸ਼ੁਰੂ ਕਰ ਦਿੱਤੀ, ਜਿਹਦੀ ਨਿੰਦਿਆ ਕਰਦੇ ਵੀ ਉਹ ਕਿਹੜਾ ਸਾਨੂੰ ਦੇਖਦਾ ਪਿੱਠ ਪਿੱਛੇ। ਜਿਵੇਂ ਸੰਸਾਰ 'ਚ ਜੀਵ 4 ਜਣੇ ਜਾਂ 2 ਜਣੇ ਬੈਠੇ ਨੇ, ਜਿਹੜਾ ਚਲਿਆ ਜਾਂਦਾ ਉਹਦੀ ਉਹ ਪਿੱਠ ਪਿੱਛੇ ਨਿੰਦਿਆ ਸ਼ੁਰੂ ਕਰ ਦਿੰਦੇ। ਪਹਿਲਾਂ ਮੂੰਹ 'ਤੇ ਕਿਸੇ ਹੋਰ ਦੀ ਕਰਦੇ, ਜਦੋਂ ਉਹ ਚਲਾ ਗਿਆ ਫਿਰ ਉਹਦੀ ਸ਼ੁਰੂ ਕਰ ਦਿੰਦੇ। ਹੁਣ ਇਹ ਜਿਹੜਾ ਅਸੀਂ ਸਾਰਾ ਕੁਛ ਕਰਦੇ ਸਾਨੂੰ ਪਰਮਾਤਮਾ ਦੇਖਦਾ। ਇਹ ਸਾਡਾ ਕੀਤਾ ਹੋਇਆ ਸਾਨੂੰ ਮਾਲਕ ਤੋਂ ਦੂਰ ਕਰ ਦਿੰਦਾ। ਮਹਾਰਾਜ ਇਸ ਲਈ ਫਰਮਾਉਂਦੇ ਟੂਟ ਪ੍ਰੀਤ ਗਈ ਬਰ ਬੋਲ, ਦੁਰਮਤ ਪਰ ਹਰ ਛਾਡੀ ਢੋਲ। ਬਈ ਸਾਡੀ ਪ੍ਰੀਤ ਕਿਵੇਂ ਟੁੱਟੀ ਮਾਲਕ ਦੇ ਨਾਲੋਂ ਬੁਰੇ ਬੋਲ ਕੇ, ਦੁਬਦਾ ਦੇ ਬੋਲ 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 ਕੇ, ਨਿੰਦਿਆ ਦੇ ਬੋਲ ਬੋਲ ਕੇ, ਫਿੱਕੇ ਬੋਲ ਬੋਲ ਕੇ ਅਸੀਂ ਮਾਲਕ ਤੋਂ ਦੂਰ ਹੋ ਗਏ ਹਾਂ, ਪਰਮਾਤਮਾ ਤੋਂ। ਸਾਡੀ ਉਹਦੇ ਨਾਲੋਂ ਪ੍ਰੀਤ ਸੀ ਜਿਹੜੀ ਉਹ ਟੁੱਟ ਗਈ, ਸਾਨੂੰ ਉਹਨੇ ਛੱਡ ਦਿੱਤਾ। ਜਿਵੇਂ ਆਪਾਂ ਸੰਸਾਰ 'ਚ ਦੇਖਦੇ
ਪਤੀ ਪਤਨੀ ਹੁੰਦੇ, ਜੇ ਹੁਣ ਉਹ ਇੱਕ ਦੂਸਰੇ ਨੂੰ ਬੁਰੇ ਬੋਲ ਬੋਲੀ ਜਾਣ ਤੇ ਉਹ ਇੱਕ ਦੂਸਰੇ ਤੋਂ ਦੂਰ ਹੋ ਜਾਂਦੇ, ਇੱਕ ਘਰ 'ਚ ਰਹਿੰਦੇ ਹੀ ਦੂਰ ਹੋ ਜਾਂਦੇ। ਉਹਨਾਂ ਦੇ ਆਪਸ ਵਿੱਚ ਵਿਚਾਰ ਨਹੀਂ ਰਲਦੇ, ਇੱਕ ਦੂਸਰੇ ਨੂੰ ਫਿੱਕੇ ਬੋਲ ਬੋਲਦੇ ਅਤੇ ਜਿਹੜਾ ਪਿਆਰ ਹੁੰਦਾ ਉਹ ਟੁੱਟ ਜਾਂਦਾ। ਹੁਣ ਇਹ ਇਸੇ ਤਰ੍ਹਾਂ ਹੀ ਸਾਡਾ ਪਤੀ ਹੈ ਪਰਮੇਸ਼ਰ। ਜਦੋਂ ਅਸੀਂ ਦੁਬਦਾ ਦੇ ਬੋਲ ਬੋਲਦੇ ਹਾਂ ਉਹ ਸਾਨੂੰ ਛੱਡ ਦਿੰਦਾ, ਸਾਡਾ ਉਹਦੇ ਨਾਲ ਪਿਆਰ ਰਹਿੰਦਾ ਹੀ ਨਹੀਂ। ਹੁਣ ਮਹਾਰਾਜ ਫਿਰ ਇਸ ਲਈ ਸਾਨੂੰ ਸਮਝਾਉਂਦੇ, ਮਾਨੋ ਕਹਿੰਦੇ ਵੀ ਪਰਮਾਤਮਾ ਤੈਨੂੰ ਦੇਖ ਰਿਹਾ ਹੈ, ਤੂੰ ਜੋ ਵੀ ਕਰਦਾ ਨਾ। ਜਦੋਂ ਤੂੰ ਕਿਸੇ ਦੀ ਨਿੰਦਿਆ ਕਰਨ ਲੱਗਦਾ ਬਈ ਜਿਹਦੀ ਤੂੰ ਕਰਦਾ ਤੂੰ ਸਮਝਦਾ ਵੀ ਉਹ ਕਿਹੜਾ ਮੈਨੂੰ ਦੇਖਦਾ, ਪਰ ਤੈਨੂੰ ਪਰਮਾਤਮਾ ਦੇਖ ਰਿਹਾ ਹੁੰਦਾ। ਜਦੋਂ ਤੂੰ ਵੈਰ ਵਿਰੋਧ ਦੀ ਗੱਲ ਕਰਦਾ, ਨਫ਼ਰਤ ਦੀ ਗੱਲ ਕਰਦਾ, ਤੈਨੂੰ ਮਾਲਕ ਦੇਖ ਰਿਹਾ। ਹੁਣ ਇਸੇ ਕਰਕੇ ਹੀ ਫਿਰ ਅਸੀਂ ਮਾਲਕ ਤੋਂ ਦੂਰ ਹਾਂ, ਇਹਨਾਂ ਕਰਮਾਂ ਕਰਕੇ। ਸਾਨੂੰ ਪਰਮਾਤਮਾ ਤੋਂ ਕਿਸੇ ਨੇ ਹੋਰ ਨਹੀਂ ਵਿਛੋੜਿਆ, ਸਾਡੇ ਇਹਨਾਂ ਕਰਮਾਂ ਕਰਕੇ ਹੀ ਅਸੀਂ ਮਾਲਕ ਤੋਂ ਵਿਛੜੇ ਹੋਏ ਹਾਂ, ਅਸੀਂ ਪਰਮਾਤਮਾ ਤੋਂ ਦੂਰ ਹੋਏ ਹਾਂ। ਮਹਾਰਾਜ ਤਾਈਓ ਫਰਮਾਉਂਦੇ, ਆਪ ਕਮਾਣੇ ਵਿਛੜੀ ਦੋਸ਼ ਨਾ ਕਾਹੂ ਦੇਣ। ਬਈ ਮੈਂ ਹੋਰ ਕਿਸੇ ਨੂੰ ਕੀ ਦੋਸ਼ ਦੇਵਾਂ, ਮੈਂ ਤਾਂ ਆਪਦੇ ਕਰਮਾਂ ਕਰਕੇ ਹੀ ਵਾਹਿਗੁਰੂ ਤੋਂ ਵਿਛੜੀ ਹੋਈ ਹਾਂ। ਬਈ ਮੇਰੇ ਜਿਹੜੇ ਕਰਮ ਨੇ ਉਹ ਕਰਮ ਹੀ ਚੰਗੇ ਨੇ। ਬਈ ਮੈਂ ਮਾਲਕ ਨੂੰ ਦੂਰ ਸਮਝਿਆ ਅਤੇ ਦੂਰ ਸਮਝ ਕੇ ਵੈਰ ਵਿਰੋਧ ਦੀਆਂ ਗੱਲਾਂ ਕੀਤੀਆਂ, ਨਿੰਦਿਆ ਕੀਤੀ, ਚੁਗਲੀਆਂ ਕੀਤੀਆਂ, ਈਰਖਾ ਵੈਰ ਵਿਰੋਧ ਨਫ਼ਰਤ ਦੇ ਬੋਲ ਬੋਲੇ। ਇਹਨਾਂ ਕਰਮਾਂ ਕਰਕੇ ਮਾਲਕ ਤੋਂ ਦੂਰ ਹੋ ਕੇ ਮਾਲਕ ਤੋਂ ਵਿਛੜ ਗਏ। ਹੁਣ ਤਾਈਓ ਫਿਰ ਸਾਨੂੰ ਕਹਿੰਦੇ ਵੀ ਦੋਸ਼ ਕਿਸੇ ਹੋਰ ਦਾ ਨਹੀਂ, ਦੋਸ਼ ਸਾਡੇ ਇਹਨਾਂ ਕਰਮਾਂ ਦਾ ਹੈ। ਮਹਾਰਾਜ ਕਹਿੰਦੇ, ਦਦਾ ਦੋਸ਼ ਨਾ ਦੇਵੋ ਕਿਸੇ, ਦੋਸ਼ ਕਰਮਾ ਆਪਣੇ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨ ਦੀਜੇ ਅਵਰਜਨ। ਬਈ ਹੋਰ ਤਾਂ ਕਿਸੇ ਨੂੰ ਦੋਸ਼ ਦਿੱਤਾ ਹੀ ਨਹੀਂ ਜਾ ਸਕਦਾ, ਦੋਸ਼ ਤਾਂ ਖੁਦ ਆਪਦਾ ਹੀ। ਵੀ ਆਪਣੇ ਕਰਮਾਂ ਕਰਕੇ ਹੀ ਅਸੀਂ ਮਾਲਕ ਤੋਂ ਦੂਰ ਹਾਂ, ਆਪਣੇ ਕਰਮਾਂ ਕਰਕੇ ਹੀ ਅਸੀਂ ਪਰਮਾਤਮਾ ਤੋਂ ਵਿਛੜੇ ਹੋਏ। ਹੁਣ ਇਸ ਵਾਸਤੇ ਫਿਰ ਸਾਨੂੰ ਸਮਝਾਉਂਦੇ ਵੀ ਜੇ ਅਸੀਂ ਆਪਣੀ ਗਲਤੀ ਮਹਿਸੂਸ ਕਰ ਲਈਏ, ਸਾਡੀ ਟੁੱਟੀ ਹੋਈ ਦੁਬਾਰਾ ਫਿਰ ਮਾਲਕ ਦੇ ਨਾਲ ਜੁੜ ਸਕਦੀ, ਫਿਰ ਸਾਡੀ ਗੰਢੀ ਜਾ ਸਕਦੀ। ਮਹਾਰਾਜ ਫਰਮਾਉਂਦੇ, ਟੂਟੇ ਗੰਠ ਬੜੇ ਵਿਚਾਰ। ਬਈ ਟੁੱਟੀ ਹੋਈ ਗੰਢੀ ਜਾਂਦੀ, ਦੁਬਾਰਾ ਜੁੜ ਜਾਂਦੀ ਜੇ ਅਸੀਂ ਇਹਦੇ 'ਤੇ ਵਿਚਾਰ ਕਰੀਏ। ਜਿਵੇਂ ਆਪਸ ਸੰਸਾਰ 'ਚ ਦੇਖਦੇ ਨਾ, ਦੋ ਜੀਵ ਲੜ ਪੈਣ, ਫਿਰ ਆਪਾਂ ਕਹਿੰਦੇ ਵੀ ਇਹਨਾਂ ਦੀ ਸੁਲਹ ਸਫਾਈ ਹੋ ਸਕਦੀ ਜੇ ਇੱਕ ਜਣ ਆਪਦੀ ਗਲਤੀ ਮੰਨ ਲਵੇ। ਜੇ ਹੁਣ ਗਲਤੀ ਮੰਨ ਲਈ ਜਾਵੇ ਅਤੇ ਫਿਰ ਦੁਬਾਰਾ ਫਿਰ ਸਾਡਾ ਪਿਆਰ ਬਣ ਜਾਂਦਾ। ਜੇ ਹੁਣ ਅੰਦਰ ਹਉਮੈ ਹੰਕਾਰ ਹੀ ਇੰਨਾ ਬਈ ਦੂਸਰੇ ਨੂੰ ਹੀ ਦੋਸ਼ ਦੇਈ ਜਾਣਾ ਵੀ ਮੈਂਹੀਓ ਠੀਕ ਹਾਂ, ਦੂਜਾ ਹੀ ਗਲਤ ਹੈ, ਫਿਰ ਉਹ ਸੁਲਹ ਸਫਾਈ ਵੀ ਨਹੀਂ ਹੋ ਸਕਦੀ, ਫਿਰ ਉਹ ਟੁੱਟੀ ਹੋਈ ਦੁਬਾਰਾ ਜੋੜ ਹੀ ਨਹੀਂ ਸਕਦੀ। ਹੁਣ ਇਸੇ ਤਰ੍ਹਾਂ ਹੀ ਜੇ ਅਸੀਂ ਹੋਰ ਹੀ ਕਿਸੇ ਨੂੰ ਦੋਸ਼ ਦੇਈ ਜਾਵਾਂਗੇ, ਫਿਰ ਸਾਡੀ ਟੁੱਟੀ ਹੋਈ ਦੁਬਾਰਾ ਨਹੀਂ ਜੁੜਨੀ। ਜੇ ਅਸੀਂ ਆਪਦੀ ਗਲਤੀ ਮਹਿਸੂਸ ਕਰ ਲਾਂਗੇ ਵੀ ਸਾਡੀ ਹੀ ਗਲਤੀ, ਸਾਡੇ ਆਪਣੇ ਹੀ ਕਰਮ ਮਾੜੇ ਨੇ, ਅਤੇ ਫਿਰ ਸਾਡੀ ਦੁਬਾਰਾ ਟੁੱਟੀ ਹੋਈ ਫਿਰ ਗੰਢੀ ਜਾਂਦੀ। ਤਾਂ ਮਹਾਰਾਜ ਕਹਿੰਦੇ, ਟੂਟੇ ਗੰਠ ਬੜੇ ਵਿਚਾਰ, ਵੀ ਟੁੱਟੀ ਹੋਈ ਗੰਢੀ ਜਾਊ ਜੇ ਅਸੀਂ ਇਹਦੇ 'ਤੇ ਵਿਚਾਰ ਕਰੀਏ।
ਜਦੋਂ ਅਸੀਂ ਇਹਦੇ 'ਤੇ ਵਿਚਾਰ ਕਰਦੇ ਹਾਂ ਸਹਿਜ ਦੇ ਵਿੱਚ, ਫਿਰ ਆਪਾਂ ਨੂੰ ਪਤਾ ਲੱਗਦਾ ਵੀ ਅਸੀਂ ਇਹਨਾਂ ਵਿਚਾਰਾਂ ਕਰਕੇ ਹੀ ਪਰਮਾਤਮਾ ਤੋਂ ਦੂਰ, ਇਹਨਾਂ ਕਰਮਾਂ ਕਰਕੇ ਅਸੀਂ ਮਾਲਕ ਤੋਂ ਦੂਰ, ਜਿਹੜੇ ਕਰਮ ਅਸੀਂ ਆਪਦੀ ਮੱਤ ਦੁਆਰਾ ਕਰਤੇ। ਵੀ ਅਸੀਂ ਆਪਦੀ ਮੱਤ ਦੁਆਰਾ ਦੇਖਦੇ ਹਾਂ ਦੂਜੇ ਨੂੰ, ਮਾਇਆ ਨੂੰ, ਅਸੀਂ ਆਪਦੀ ਮੱਤ ਦੁਆਰਾ ਸੁਣਦੇ ਹਾਂ ਸੰਸਾਰ ਦੀਆਂ ਦੁਨਿਆਵੀ ਗੱਲਾਂ, ਨਿੰਦਿਆ ਚੁਗਲੀ ਦੀਆਂ, ਅਸੀਂ ਆਪਦੀ ਮੱਤ ਦੁਆਰਾ ਬੋਲਦੇ ਹਾਂ, ਵੈਰ ਵਿਰੋਧ ਦੀਆਂ ਗੱਲਾਂ ਕਰਦੇ ਹਾਂ। ਇਹ ਫਿਰ ਸਾਡੇ ਕਰਮ ਨੇ, ਇਹਨਾਂ ਕਰਮਾਂ ਕਰਕੇ ਅਸੀਂ ਦੂਰ ਹਾਂ। ਹੁਣ ਆਪਾਂ ਨੂੰ ਫਿਰ ਗੁਰੂ ਇਹੋ ਸਾਰਾ ਕੁਛ ਸਿਖਾਉਂਦਾ ਹੈ ਵੀ ਕਿਵੇਂ ਸਾਨੂੰ ਦੇਖਣਾ। ਅੱਜ ਵੀ ਅਸੀਂ ਮਾਇਆ ਨੂੰ ਤਾਂ ਦੇਖਣਾ ਸਿੱਖ ਲਿਆ, ਇਸ ਸੰਸਾਰ ਨੂੰ, ਹੁਣ ਅਸੀਂ ਪਰਮਾਤਮਾ ਨੂੰ ਕਿਵੇਂ ਦੇਖਣਾ, ਸਤਿਗੁਰੂ ਨੂੰ ਕਿਵੇਂ ਦੇਖਣਾ, ਉਹ ਸਾਨੂੰ ਫਿਰ ਦੇਖਣਾ ਸਿਖਾਉਂਦੇ। ਅਸੀਂ ਸੰਸਾਰ ਦੀਆਂ ਗੱਲਾਂ ਕਰਨੀਆਂ ਤਾਂ ਸਿੱਖ ਲਈਆਂ, ਹੁਣ ਅਸੀਂ ਗੁਰੂ ਦੀ ਮੱਤ ਦੁਆਰਾ ਕਿਹੜੇ ਬੋਲ ਬੋਲੀਏ, ਕਿਵੇਂ ਬੋਲੀਏ, ਤਾਂ ਕਿ ਸਾਡਾ ਬੋਲਿਆ ਹੋਇਆ ਪ੍ਰਵਾਨ ਹੋ ਜੇ, ਸਾਡਾ ਬੋਲਿਆ ਹੋਇਆ ਮਾਲਕ ਨੂੰ ਭਾਵੇ, ਅਸੀਂ ਉਹਨੂੰ ਚੰਗੇ ਲੱਗੀ। ਜਿਹਨੂੰ ਮਾਰੇ ਕਹਿੰਦੇ ਜਿਤ ਬੋਲਿਆ ਪਤ ਪਾਈਏ, ਸੋ ਬੋਲਿਆ ਪ੍ਰਵਾਨ। ਉਹ ਬੋਲਣਾ ਫਿਰ ਸਾਨੂੰ ਗੁਰੂ ਨੇ ਸਿਖਾਉਣਾ। ਹੁਣ ਅਸੀਂ ਸੰਸਾਰ ਨੂੰ ਸੁਣਨਾ ਤਾਂ ਸਿੱਖ ਲਏ, ਸੰਸਾਰ ਦੀਆਂ ਦੁਨਿਆਵੀ ਗੱਲਾਂ ਸਿੱਖ ਲਈਆਂ, ਅਸੀਂ ਸੁਣਨੀਆਂ ਕਿਵੇਂ। ਹੁਣ ਅਸੀਂ ਮਾਲਕ ਦੀ ਆਵਾਜ਼ ਨੂੰ ਕਿਵੇਂ ਸੁਣੀਏ, ਉਹ ਸਾਨੂੰ ਫਿਰ ਗੁਰੂ ਨੇ ਦੱਸਣਾ ਹੈ, ਉਹਨੇ ਸਾਨੂੰ ਸੁਣਨਾ ਸਿਖਾਉਣਾ ਹੈ। ਤਾਂ ਫਿਰ ਆਪਾਂ ਨੂੰ ਕਹਿੰਦੇ ਵੀ ਜਿਵੇਂ ਇੱਕ ਜਨਨੀ ਮਾਂ, ਉਹ ਆਪਣੇ ਬੱਚੇ ਨੂੰ ਇਹ ਸਾਰਾ ਕੁਝ ਸਿਖਾਉਂਦੀ, ਬੜੇ ਪਿਆਰ ਦੇ ਨਾਲ, ਬੜੇ ਲਾਡ ਦੇ ਨਾਲ ਉਹਨੂੰ ਬੋਲਣਾ ਸਿਖਾਉਂਦੀ, ਉਹਨੂੰ ਦੇਖਣਾ ਸਿਖਾਉਂਦੀ, ਉਹਨੂੰ ਸੁਣਨਾ ਸਿਖਾਉਂਦੀ। ਹੁਣ ਇਹ ਇਸੇ ਤਰ੍ਹਾਂ ਹੀ ਗੁਰੂ ਅਤੇ ਸਤਿਗੁਰੂ ਇੱਕ ਗੁਰਸਿੱਖ ਨੂੰ ਇਹਦੇ ਸਾਰਾ ਕੁਝ ਸਿਖਾਉਂਦੀ। ਜਿਵੇਂ ਜਨਨੀ ਆਪਦੇ ਬੱਚੇ ਨਾਲ ਪਿਆਰ ਕਰਦੀ, ਇਸੇ ਤਰ੍ਹਾਂ ਹੀ ਸਤਿਗੁਰੂ ਫਿਰ ਇੱਕ ਗੁਰਸਿੱਖ ਦੇ ਨਾਲ ਪਿਆਰ ਕਰਦਾ। ਮਹਾਰਾਜ ਫਰਮਾਉਂਦੇ, ਜਿਉਂ ਜਨਨੀ ਸੁਤ ਜਨ ਪਾਲਤੀ, ਰਾਖੇ ਨਦਰ ਮਝਾਰ, ਅੰਦਰ ਬਾਹਰ ਗਿਰਾਸ ਦੇ ਖਿਨ ਖਿਨ ਪਹੁੰਚਾਰ। ਤਿਉਂ ਸਤਿਗੁਰ ਗੁਰਸਿੱਖ ਰਾਖਤਾ ਹਰ ਪ੍ਰੀਤ ਪਿਆਰ। ਬਈ ਜਿਵੇਂ ਜਨਨੀ ਆਪਦੇ ਬੱਚੇ ਦਾ ਖਿਆਲ ਰੱਖਦੀ ਨਾ, ਉਹ ਧਿਆਨ ਉਹਦੇ ਵੱਲ ਹੀ ਰੱਖਦੀ, ਇਸੇ ਤਰ੍ਹਾਂ ਹੀ ਸਤਿਗੁਰੂ ਆਪਦੇ ਗੁਰਸਿੱਖ ਦਾ ਧਿਆਨ ਰੱਖਦਾ। ਉਹਨੂੰ ਸਾਰੀ ਸਿੱਖਿਆ ਦਿੰਦਾ, ਸਾਰਾ ਕੁਝ ਸਿਖਾਉਂਦਾ ਹੈ ਬਈ ਕਿਵੇਂ ਬੋਲਣਾ, ਕਿਵੇਂ ਦੇਖਣਾ, ਕਿਵੇਂ ਸੁਣਨਾ। ਇਹਨੂੰ ਫਿਰ ਕਹਿੰਦੇ ਗੁਰਮਤਿ ਜੀਵਨ ਜਾਚ। ਗੁਰੂ ਦੀ ਮੱਤ ਦੁਆਰਾ ਸਾਨੂੰ ਜਿਉਣ ਦੀ ਜਾਚ ਆ ਜੀ, ਸਾਨੂੰ ਜਿਉਣ ਦਾ ਢੰਗ ਆ ਜੀ। ਜੇ ਅਸੀਂ ਇਹ ਨਹੀਂ ਸਿੱਖਿਆ ਲਈ, ਫਿਰ ਜੀਵ ਦੀ ਸਾਰੀ ਉਮਰ ਬੀਤ ਜਾਂਦੀ, ਸਮਾਂ ਅੰਤਲਾ ਆ ਜਾਂਦਾ ਹੈ, ਪਰ ਉਹਨੂੰ ਦੇਖਣਾ ਹੀ ਨਹੀਂ ਆਉਂਦਾ। ਉਹਨੂੰ ਨਹੀਂ ਪਤਾ ਵੀ ਮੈਂ ਸਤਿਗੁਰ ਨੂੰ ਕਿਵੇਂ ਦੇਖਾਂ, ਕਿਉਂਕਿ ਉਹਨੇ ਸਿੱਖਿਆ ਹੀ ਨਹੀਂ। ਸਾਰੀ ਉਮਰ ਬੀਤ ਜਾਂਦੀ, ਉਹਨੂੰ ਨਹੀਂ ਪਤਾ ਬਈ ਮੈਂ ਸਤਿਗੁਰ ਦੀ ਆਵਾਜ਼ ਨੂੰ ਕਿਵੇਂ ਸੁਣਨਾ, ਨਾਮ ਨੂੰ, ਨਾਦ ਨੂੰ, ਕਿਉਂਕਿ ਉਹਨੇ ਸਿੱਖਿਆ ਨਹੀਂ ਲਈ। ਸਾਰੀ ਉਮਰ ਬੀਤ ਜਾਂਦੀ, ਉਹਨੂੰ ਨਹੀਂ ਪਤਾ ਵੀ ਮੈਂ ਕਿਵੇਂ ਮਾਲਕ ਦੇ ਗੁਣ ਗਾਉਣੇ, ਕੀ ਬੋਲਣਾ।
ਉਹਨੂੰ ਬੋਲਣਾ ਹੀ ਨਹੀਂ ਆਉਂਦਾ। ਹੁਣ ਇਹੋ ਕਾਰਨ ਹੈ ਸੰਸਾਰ ਦੇ ਵਿੱਚ, ਜੇ ਆਪਾਂ ਆਖੀਏ ਵੀ ਉਮਰ ਵੱਡੀ ਹੋਣ ਦੇ ਨਾਲ ਕੋਈ ਜੀਵ ਸਿਆਣਾ ਹੋ ਜਾਂਦਾ, ਕੋਈ ਉਮਰ ਵਧਣ ਦੇ ਨਾਲ ਸਿਆਣਾ ਨਹੀਂ ਹੁੰਦਾ। ਸਿਆਣਾ ਹੀ ਅਸੀਂ ਫੇਰ ਹੋਵਾਂਗੇ ਜੇ ਅਸੀਂ ਇਹ ਸਾਰੀ ਸਿੱਖਿਆ ਲਵਾਂਗੇ। ਤਾਂ ਜੇ ਅਸੀਂ ਗੁਰੂ ਦੀ ਮੱਤ ਲੈ ਕੇ ਇਹ ਸਾਰਾ ਕੁਝ ਸਿੱਖਾਂਗੇ ਫਿਰ ਸਿਆਣੇ ਹੋਣਾ। ਨਹੀਂ ਤਾਂ ਸਾਡੇ ਜਿਹੜੇ ਮਨ ਨੇ ਕਮਲੇ ਹੋਏ ਫਿਰਦੇ, ਨਾਮ ਤੋਂ ਬਿਨਾਂ, ਗੁਰੂ ਦੀ ਮੱਤ ਤੋਂ ਬਿਨਾਂ। ਤਾਂਹੀਓ ਮਹਾਰਾਜ ਫਰਮਾਉਂਦੇ, ਬਿਨ ਨਾਮੇ ਜਗ ਕਮਲਾ ਫਿਰੇ, ਗੁਰਮੁਖ ਨਦਰੀ ਆਇਆ। ਬਈ ਗੁਰਮੁਖਾਂ ਨੇ ਦੇਖਿਆ ਜਦੋਂ ਨਦਰਾਂ ਦੁਆਰਾ, ਦਿਵ ਦ੍ਰਿਸ਼ਟੀ ਦੁਆਰਾ, ਬਈ ਨਾਮ ਤੋਂ ਬਿਨਾਂ ਤਾਂ ਇਹ ਸਾਰੇ ਹੀ ਮਨ ਕਮਲੇ ਹੋਏ ਫਿਰਦੇ। ਨਾ ਕਮਲੇ ਨੂੰ ਦੇਖਣਾ ਆਵੇ, ਨਾ ਕਮਲੇ ਨੂੰ ਸੁਣਨਾ ਆਵੇ, ਨਾ ਕਮਲੇ ਨੂੰ ਬੋਲਣਾ ਆਵੇ। ਜਿਵੇਂ ਆਪਾਂ ਦੇਖਦੇ ਨਾ ਕਈ ਜੀਵ ਦਿਮਾਗੀ ਤੌਰ 'ਤੇ ਕਮਲੇ ਹੋ ਜਾਂਦੇ, ਉਹ ਕਮਲਾ ਆਪ ਮਹਾਰੀ ਬੋਲੀ ਜਾਂਦਾ, ਉਹਨੂੰ ਪਤਾ ਹੀ ਨਹੀਂ ਵੀ ਮੈਂ ਬੋਲਦਾ ਕੀ। ਨਾ ਤਾਂ ਕਮਲੇ ਨੇ ਨਹਾਉਣਾ ਧੋਣਾ, ਨਾ ਕਮਲੇ ਨੇ ਚੰਗਾ ਪਹਿਨਣਾ, ਨਾ ਉਹਨੇ ਚੰਗੀ ਥਾਂ 'ਤੇ ਸੌਣਾ। ਉਹਨੇ ਆਪ ਮਹਾਰੀ ਬੋਲੀ ਜਾਣਾ ਅਤੇ ਜਿੱਧਰ ਨੂੰ ਮੂੰਹ ਹੋ ਗਿਆ ਉੱਧਰ ਨੂੰ ਤੁਰ ਜਾਣਾ। ਹੁਣ ਉਹੀ ਉਹ ਕਮਲੇ ਵਾਲੀ ਹਾਲਤ ਸਾਡੇ ਇਹਨਾਂ ਮਨਾਂ ਦੀ ਹੋ ਗਈ। ਨਾ ਤਾਂ ਕਮਲਾ ਮਨ ਇਸ਼ਨਾਨ ਕਰਦਾ, ਨਹਾਉਂਦਾ ਨਹੀਂ। ਕਮਲੇ ਨੂੰ ਆਖੋ ਨਾ ਸਿਮਰਨ ਕਰ ਲਓ, ਕਮਲਾ ਸਿਮਰਨ ਨਹੀਂ ਕਰਦਾ। ਕਮਲੇ ਜੀਵ ਨੂੰ ਆਖੋ ਵੀ ਆ ਜਾਓ ਗੁਰੂ ਘਰ, ਆ ਜਾਓ ਸੰਗਤ ਕਰੀਏ, ਕਮਲਾ ਨਹੀਂ ਆਏਗਾ। ਕਮਲਾ ਮਨ ਨਾ ਇਸ਼ਨਾਨ ਕਰੇ, ਨਾ ਕਮਲਾ ਮਨ ਚੰਗਾ ਪਹਿਨੇ। ਪਹਿਨਣਾ ਕੀ ਹੈ? ਅਸੀਂ ਮਾਲਕ ਦੀ ਸਿਫਤ ਸਲਾਹ ਕਰਨੀ, ਉਹਦੀ ਵਡਿਆਈ ਕਰਨੀ। ਕਮਲਾ ਨਹੀਂ ਪਹਿਨਦਾ ਸਿਫਤ ਸਲਾਹ ਦਾ ਕੱਪੜਾ। ਜਿਹੜਾ ਕਮਲਾ ਉਹਨੇ ਫਿੱਕੇ ਬੋਲੀ ਬੋਲੀ ਜਾਣੀ, ਉਹਨੇ ਮਾਲਕ ਦੀ ਸਿਫਤ ਸਲਾਹ, ਉਹਨੇ ਵਡਿਆਈ ਨਹੀਂ ਕਰਨੀ। ਜਿਹੜਾ ਕਮਲਾ ਨਾ ਉਹਨੇ ਭੋਜਨ ਛਕਣਾ ਆਪਦਾ ਅੰਮ੍ਰਿਤ ਰਸ, ਉਹਨੂੰ ਪਤਾ ਹੀ ਨਹੀਂ ਵੀ ਮੇਰਾ ਭੋਜਨ ਕਿੱਥੇ ਪਿਆ। ਨਾ ਕਮਲੇ ਨੂੰ ਆਪਦੇ ਘਰ-ਬਾਰ ਦਾ ਪਤਾ, ਨਾ ਆਪਦੇ ਮਾਤਾ ਪਿਤਾ ਦਾ ਪਤਾ। ਹੁਣ ਉਹੀ ਉਹ ਹਾਲਤ ਸਾਡੇ ਮਨਾਂ ਦੀ। ਨਾ ਤਾਂ ਕਮਲੇ ਮਨ ਨੂੰ ਇਹ ਪਤਾ ਵੀ ਮੇਰਾ ਘਰ ਕਿੱਥੇ। ਨਿਜ ਮਹਿਲ 10ਵਾਂ ਦੁਆਰ, ਕਮਲਾ ਘਰ ਨਹੀਂ ਜਾਂਦਾ। ਨਾ ਕਮਲੇ ਨੂੰ ਆਪਦੇ ਮਾਤਾ ਪਿਤਾ ਦਾ ਪਤਾ ਵੀ ਮੇਰੇ ਮਾਂ ਪਿਓ ਕੌਣ ਨੇ ਜਿਨ੍ਹਾਂ ਨੇ ਮੈਨੂੰ ਜਨਮ ਦਿੱਤਾ। ਨਾ ਕਮਲੇ ਆਪਦੀ ਖੁਰਾਕ ਲਵੇ, ਨਾ ਕਮਲਾ ਨਹਾਵੇ ਧੋਵੇ, ਨਾ ਚੰਗਾ ਪਹਿਨੇ, ਨਾ ਚੰਗਾ ਬੋਲੇ। ਹੁਣ ਉਹ ਹਾਲਤ ਇਹ ਮਨਾਂ ਦੀ ਸਾਰੀ ਜਿਹੜੀ ਸਤਿਗੁਰੂ ਦੱਸ। ਹੁਣ ਜੀਵ ਦੀ ਸਾਰੀ ਉਮਰ ਬੀਤ ਜਾਂਦੀ, ਜੇ ਉਹ ਗੁਰੂ ਦੀ ਮੱਤ ਨਹੀਂ ਲੈਂਦਾ ਤੇ ਉਹ ਕਮਲਾ ਹੀ ਰਹਿੰਦਾ, ਉਹ ਸਿਆਣਾ ਨਹੀਂ ਹੁੰਦਾ। ਆਪਾਂ ਕਹਿ ਦਿੰਦੇ ਦੇਖਣ ਨੂੰ ਵੀ ਇਹ ਸਿਆਣਾ ਹੈ ਜੀ, ਇਹਦੀ ਉਮਰ ਵਡੇਰੀ ਹੋ ਗਈ, ਵੀ ਸਿਆਣਾ ਜੀ, ਇਹ ਤੋਂ ਸਲਾਹ ਲੈ ਲਓ। ਉਹ ਸਲਾਹ ਕੀ ਦੇਗਾ ਜੇ ਉਹ ਆਪ ਹੀ ਕਮਲਾ ਹੋਇਆ ਹੋਏ? ਤਾਂ ਕਮਲੇ ਦੀ ਸਲਾਹ ਲੈ ਕੇ ਆਪਾਂ ਕੀ ਕਰਾਂਗੇ? ਉਹਨੂੰ ਤਾਂ ਕਮਲੀ ਓ ਗੱਲ ਕਰਨੀ। ਹੁਣ ਇਸੇ ਕਰਕੇ ਸਤਿਗੁਰੂ ਸਮਝਾਉਂਦੇ ਬਈ ਸਿਆਣਾ ਸਾਡੇ ਮਨ ਨੇ ਫੇਰ ਹੋਣਾ ਜਦੋਂ ਇਹ ਸਾਰੀ ਸਿੱਖਿਆ ਲਏਗਾ, ਜਦੋਂ ਇਹ ਗੁਰੂ ਦੀ ਮੱਤ ਲਏਗਾ। ਤਾਂਹੀਓ ਮਹਾਰਾਜ ਕਹਿੰਦੇ ਉਹ ਸਿਆਣਾ ਹੈ ਜਿਹਨੇ ਸਾਰੀ ਸਿੱਖਿਆ ਲੈ ਲਈ, ਜਿਹਨੂੰ ਦੇਖਣਾ ਆ ਗਿਆ, ਜਿਹੜਾ ਸਤਿਗੁਰ ਦੀ ਸੇਵਾ ਕਰਦਾ ਹੈ, ਜਿਹਨੂੰ ਸੁਣਨਾ ਆ ਗਿਆ ਸਤਿਗੁਰ ਦੀ ਆਵਾਜ਼ ਨੂੰ, ਜਿਹੜਾ ਮਾਲਕ ਦੀ ਆਵਾਜ਼ ਨੂੰ ਸੁਣਦਾ ਹੈ, ਜਿਹਨੂੰ ਬੋਲਣਾ ਆ ਗਿਆ ਗੁਰੂ ਦੀ ਮੱਤ ਦੁਆਰਾ ਜਿਹੜਾ ਬੋਲਦਾ ਹੈ, ਉਹਨੂੰ ਕਹਿੰਦੇ ਵੀ ਇਹ ਸਿਆਣਾ ਹੈ। ਇਹ ਉਹਨਾਂ ਨੂੰ ਹੀ ਗੁਰਬਾਣੀ ਗੁਰੂ 'ਚ ਫਿਰ ਵਡਿਆਈ ਦਿੱਤੀ। ਸੋਈ ਸਿਆਣਾ ਸੋ ਪਤਵੰਤਾ, ਹੁਕਮ ਲਗੇ ਜਿਸ ਮੀਠਾ ਜੀ, ਵੀ ਜਿਹਨੂੰ ਮਾਲਕ ਦਾ ਹੁਕਮ ਮਿੱਠਾ ਲੱਗਦਾ
ਬਈ ਉਹ ਫਿਰ ਮਾਲਕ ਦੀ ਰਜ਼ਾ ਦੇ ਵਿੱਚ ਚੱਲਦਾ। ਬਈ ਜਿੱਥੇ ਮਾਲਕ ਰੱਖਦਾ ਹੈ ਉੱਥੇ ਹੀ ਰਹਿੰਦਾ ਅਤੇ ਉੱਥੇ ਹੀ ਉਹ ਆਨੰਦ ਅਵਸਥਾ ਦੇ ਵਿੱਚ। ਉਹ ਇਸ ਵਾਸਤੇ ਫਿਰ ਆਪਾਂ ਨੂੰ ਸਮਝਾਉਂਦੇ ਬਈ ਇਹ ਅਸੀਂ ਸਾਰੀ ਸਿੱਖਿਆ ਲੈ, ਇਹ ਅਸੀਂ ਸਤਸੰਗ ਦੇ ਵਿੱਚ ਆ ਕੇ ਸਿੱਖਣਾ ਗੁਰੂ ਦੀ ਮਦਦ ਪਰ, ਬਈ ਤਾਂ ਕਿ ਸਾਨੂੰ ਦੇਖਣਾ ਆ ਜੇ ਅਤੇ ਦੇਖਣ ਦੇ ਨਾਲ ਮਾਲਕ ਨੂੰ ਸਾਡੇ ਇਹਨਾਂ ਨੇਤਰਾਂ ਨੂੰ ਸਬਰ ਆ ਜੇ, ਸੰਤੋਖ ਆ ਜੇ। ਨਹੀਂ ਤਾਂ ਇਹ ਅੱਖਾਂ ਰੱਜਦੀਆਂ ਨਹੀਂ ਮਾਇਆ ਨੂੰ ਦੇਖ ਦੇਖ ਕੇ। ਮਹਾਰਾਜ ਤਾਂਹੀਓ ਕਹਿੰਦੇ ਅੱਖੀਂ ਵੇਖ ਨਾ ਰੱਜੀਆਂ ਬਹੁ ਰੰਗ ਤਮਾਸ਼ੇ। ਬਈ ਇਹ ਅੱਖਾਂ ਸੰਸਾਰ ਦੇ ਅਸੀਂ ਜਿੰਨੇ ਮਰਜ਼ੀ ਰੰਗ ਤਮਾਸ਼ੇ ਦੇਖੀ ਚੱਲੀਏ, ਇਹਨਾਂ ਨੇ ਰੱਜਣਾ ਨਹੀਂ, ਇਹਨਾਂ ਦੀ ਤ੍ਰਿਪਤੀ ਨਹੀਂ ਹੁੰਦੀ। ਇਹ ਤ੍ਰਿਸ਼ਨਾ ਗਾਂ ਦੀ ਗਾਂ ਹੋਰ ਵੱਧਦੀ ਜਾਂਦੀ। ਵੀ ਆਹ ਦੇਖ ਲਿਆ, ਹੋਰ ਨਵਾਂ ਦੇਖੀਏ, ਹੋਰ ਦੇਖੀਏ, ਹੋਰ ਦੇਖੀਏ, ਇਹ ਅੱਗੇ ਦੀ ਅੱਗੇ ਹੋਰ ਵੱਧਦੀ ਜਾਂਦੀ ਤ੍ਰਿਸ਼ਨਾ। ਜੇ ਅਸੀਂ ਇੱਕ ਨੂੰ ਦੇਖਾਂਗੇ ਫਿਰ ਸਾਡੇ ਇਹਨਾਂ ਨੇਤਰਾਂ ਨੂੰ ਸਬਰ ਆ ਜਾਏਗਾ, ਸੰਤੋਖ ਆ ਜਾਏਗਾ। ਮਹਾਰਾਜ ਤਾਂਹੀਓ ਫਰਮਾਉਂਦੇ ਅੱਖੀਂ ਸੰਤੋਖੀਆ ਏਕਾ ਲੈ ਬੁਲਾਏ। ਬਈ ਸਾਡੀਆਂ ਇਹਨਾਂ ਅੱਖਾਂ ਨੂੰ ਸੰਤੋਖ ਆ ਗਿਆ ਜਦੋਂ ਇੱਕ ਦੇ ਨਾਲ ਲਿਵ ਲਾ ਲਈ, ਜਦੋਂ ਸਤਿਗੁਰ ਨੂੰ ਦੇਖੀ। ਫਿਰ ਇਹ ਸਾਡੇ ਸਰਵਣ ਨੇ ਕੰਨ, ਇਹਨਾਂ ਦੀ ਤ੍ਰਿਸ਼ਨਾ ਨਹੀਂ ਬੁਝਦੀ ਸੰਸਾਰ ਦੀਆਂ ਗੱਲਾਂ ਸੁਣ ਸੁਣ ਕੇ। ਜਿੰਨੀਆਂ ਮਰਜ਼ੀ ਅਸੀਂ ਨਿੰਦਿਆ ਚੁਗਲੀ ਸੁਣੀ ਚੱਲੀਏ, ਜਿੰਨੀ ਮਰਜ਼ੀ ਬੁਰਾਈ ਸੁਣੀ ਚੱਲੀਏ, ਸਾਡੇ ਕੰਨ ਨੇ ਜਿਹੜੇ ਰੱਜਦੇ ਨਹੀਂ। ਉਹ ਗਾਂ ਦੀ ਗਾਂ ਤ੍ਰਿਸ਼ਨਾ ਹੋਰ ਵੱਧਦੀ ਜਾਂਦੀ, ਹੋਰ ਸੁਣਾਓ, ਹੋਰ ਸੁਣਾਓ, ਆਹ ਤਾਂ ਪੁਰਾਣੀ ਹੋ ਗਈ, ਹੋਰ ਨਵੀਂ ਤਾਜ਼ੀ ਸੁਣਾਓਗੀ। ਨਵੀਆਂ ਤਾਜ਼ੀਆਂ ਕੀ ਨੇ, ਕਿਸੇ ਦੀ ਨਿੰਦਿਆ। ਹੁਣ ਇਹ ਅਸੀਂ ਜਿੰਨੀ ਮਰਜ਼ੀ ਸੁਣ ਲਈਏ ਅਤੇ ਸਾਡੇ ਕੰਨ ਸੰਤੋਖੇ ਨਹੀਂ ਜਾਣੇ। ਇਹਨਾਂ ਨੂੰ ਸਬਰ ਸੰਤੋਖ ਫੇਰ ਆਉਣਾ, ਫੇਰ ਇਹਨਾਂ ਦੀ ਤ੍ਰਿਪਤੀ ਹੋਣੀ ਜਦੋਂ ਅਸੀਂ ਅੰਤਰਮੁਖੀ ਹੋ ਕੇ ਮਾਲਕ ਦੀ ਆਵਾਜ਼ ਨੂੰ ਸੁਣਾਂਗੇ। ਜਿਹਨੂੰ ਮਾਰੇ ਕਹਿੰਦੇ ਇਹ ਸਰਬਣੋ ਮੇਰਿਓ ਸਾਚੇ ਸੋਨੇ ਨੌ ਪਠਾਈ, ਸਾਚੇ ਸੋਨੇ ਨੌ ਪਠਾਈ, ਸਰੀਰ ਲਾਏ ਸੁਣੋ ਸਤ ਬਾਣੀ। ਬਈ ਜਦੋਂ ਅਸੀਂ ਅੰਦਰੋਂ ਅਨਹਦ ਬਾਣੀ ਨੂੰ ਸੁਣਾਂਗੇ ਸਾਡੇ ਕੰਨ ਸੰਤੋਖੇ ਜਾਣਗੇ। ਫਿਰ ਇਹ ਸਾਡੀ ਰਸਨਾ ਹੈ, ਇਹਦੀ ਤ੍ਰਿਪਤੀ ਨਹੀਂ ਹੁੰਦੀ। ਬਾਰੀ ਜਿੰਨੇ ਮਰਜ਼ੀ ਅਸੀਂ ਸੰਸਾਰ ਦੇ ਸਵਾਦ ਚੱਖ ਲਈਏ, ਜਿੰਨਾ ਮਰਜ਼ੀ ਅਸੀਂ ਸੰਸਾਰ ਦੀਆਂ ਗੱਲਾਂ ਕਰ ਲਈਏ, ਅਤੇ ਇਹ ਰਸਨਾ ਜਿਹੜੀ ਇਹਦੀ ਤ੍ਰਿਪਤੀ ਨਹੀਂ ਹੁੰਦੀ, ਇਹ ਰੱਜਦੀ ਨਹੀਂ, ਇਹਦੀ ਪਿਆਸ ਨਹੀਂ ਬੁਝਦੀ। ਜਦ ਤੱਕ ਇਹ ਰਸਨਾ ਦੇ ਉੱਤੇ ਹਰ ਰਸ ਨਹੀਂ ਆਉਂਦਾ। ਹਰ ਰਸ ਕਹਿੰਦੇ ਅੰਮ੍ਰਿਤ ਰਸ, ਬ੍ਰਹਮ ਰਸ, ਨਾਮ ਰਸ, ਆਤਮ ਰਸ, ਸਾਡੇ ਮਨ ਦੀ ਖੁਰਾਕ, ਸਾਡੇ ਮਨ ਦਾ ਭੋਜਨ। ਜੋ ਮਾਰੇ ਫਰਮਾਉਂਦੇ ਇਹ ਰਸਨਾ ਤੂੰ ਅਨ ਰਸ ਰਾਚ ਰਹੀ, ਤੇਰੀ ਪਿਆਸ ਨਾ ਜਾਏ, ਤੇਰੀ ਪਿਆਸ ਨਾ ਜਾਏ, ਜਿਚਰ ਹਰ ਰਸ ਪੱਲੇ ਨਾ ਪਾਏ। ਬਈ ਜਦ ਤੱਕ ਇਹਦੇ 'ਤੇ ਹਰੀ ਦਾ ਰਸ ਨਹੀਂ ਆਉਂਦਾ, ਉਹਨਾਂ ਸਮਾਂ ਇਹ ਰਸਨਾ ਜਿਹੜੀ ਇਹਦੀ ਤ੍ਰਿਪਤੀ ਨਹੀਂ ਹੁੰਦੀ। ਇਹ ਪਿਆਸੀ ਦੀ ਪਿਆਸੀ ਹੀ ਰਹਿੰਦੀ, ਇਹ ਭੁੱਖੀ ਰਹਿੰਦੀ। ਹੁਣ ਜਦੋਂ ਅਸੀਂ ਮਾਲਕ ਦੇ ਗੁਣ ਗਾਵਾਂਗੇ, ਉਹਦਾ ਸਿਮਰਨ ਕਰਾਂਗੇ, ਉਹਦੀ ਸਿਫਤ ਸਲਾਹ ਕਰਾਂਗੇ, ਵਡਿਆਈ ਕਰਾਂਗੇ, ਸਾਡੀ ਰਸਨਾ 'ਤੇ ਉਹ ਹਰ ਰਸ ਆਏਗਾ ਅਤੇ ਇਹਦੀ ਤ੍ਰਿਪਤੀ ਹੋ ਜਾਏਗੀ। ਇਹ ਰਸਨਾ ਜਿਹੜੀ ਇਹ ਰੱਜ ਜਾਏਗੀ, ਇਹ ਸੰਤੋਖੀ ਜਾਏਗੀ। ਹੁਣ ਤਾਂ ਫਿਰ ਆਪਾਂ ਨੂੰ ਸਮਝਾਉਂਦੇ ਵੀ ਅਸੀਂ ਬੋਲਣਾ ਕੀ। ਮਾਰੇ ਸਾਨੂੰ ਕਹਿੰਦੇ ਗੁਰ ਸਿੱਖੋ ਵੀ ਬੋਲੋ। ਜਦੋਂ ਅਸੀਂ ਬੋਲਾਂਗੇ, ਮਾਲਕ ਦਾ ਨਾਮ ਜਪਾਂਗੇ, ਜਿਹੜੀ ਸਾਡੇ ਮਨ 'ਤੇ ਪਾਪਾਂ ਦੀ ਮੈਲ ਲੱਗੀ ਹੈ, ਮੈਲ ਉਤਰ ਜਾਏਗੀ।
ਜਿਹੜਾ ਅਸੀਂ ਜਾਣੇ ਅਣਜਾਣੇ ਵਿੱਚ ਕਿਸੇ ਦੀ ਨਿੰਦਿਆ ਕਰ ਚੁੱਕੇ ਹਾਂ, ਕਿਸੇ ਨਾਲ ਈਰਖਾ ਨਫ਼ਰਤ ਕਰਕੇ ਉਹ ਮੈਲ ਸਾਡੇ ਮਨ 'ਤੇ ਚੜ੍ਹ ਚੁੱਕੀ ਹੈ, ਉਹ ਸਾਡੇ ਕਰਮ ਬਣ ਚੁੱਕੇ ਨੇ। ਇਹ ਸਾਰੀ ਕਰਮਾਂ ਦੀ ਮੈਲ ਸਾਡੇ ਮਨ ਤੋਂ ਉਤਰ ਜੇਗੀ ਜਦੋਂ ਅਸੀਂ ਬੋਲਾਂਗੇ, ਜਦੋਂ ਅਸੀਂ ਸਿਮਰਨ ਕਰਾਂਗੇ। ਇਸ ਲਈ ਮਹਾਰਾਜ ਫਰਮਾਉਂਦੇ, ਗੁਰਸਿੱਖ ਹਰ ਬੋਲੋ ਮੇਰੇ ਭਾਈ, ਹਰ ਬੋਲਤ ਸਭ ਪਾਪ ਲੈ ਜਾਏ। ਬਈ ਗੁਰਸਿੱਖੋ ਬੋਲੋ, ਸਿਮਰਨ ਕਰੋ। ਜਦੋਂ ਬੋਲੋਗੇ ਜਿਹੜੀ ਇਹ ਪਾਪਾਂ ਦੀ ਮੈਲ ਲੱਗੀ, ਇਹ ਸਾਰੀ ਮੈਲ ਲੈ ਜਾਏਗੀ। ਆਓ ਹੁਣ ਜੋ ਸਤਿਗੁਰੂ ਆਪਾਂ ਨੂੰ ਬੋਲਣ ਨੂੰ ਕਹਿ ਰਹੀ, ਆਪਾਂ ਸਾਰਿਆਂ ਨੇ ਬੋਲਣਾ, ਤਾਂ ਕਿ ਜਦੋਂ ਅਸੀਂ ਇਸ ਲੋਕ 'ਚ ਆਉਂਦੇ ਹਾਂ, ਸਵੇਰ ਤੋਂ ਆਪਾਂ ਆ ਜਾਂਦੇ ਹਾਂ, ਹੁਣ ਸ਼ਾਮ ਤੱਕ ਆਪਾਂ ਇਹ ਲੋਕ 'ਚ ਵਿਚਰੇ, ਇੱਥੇ ਵਿਚਰਦੇ ਹੋਏ ਸਾਡੇ ਮਨ 'ਤੇ ਜੇ ਕੋਈ ਮੈਲ ਲੱਗ ਵੀ ਗਈ ਹੈ, ਉਹ ਮੈਲ ਨੂੰ ਅਸੀਂ ਲਾਹ ਕੇ ਜਾਣਾ ਇੱਥੋਂ, ਵੀ ਤਾਂ ਕਿ ਸਾਡੇ ਨਾਲ ਨਾ ਲੱਗੀ ਰਹੇ ਜੀ। ਤਾਂ ਫਿਰ ਆਪਾਂ ਜਿਹੜਾ ਇਹ ਸਮੇਂ ਸਿਮਰਨ ਕਰਦੇ ਹਾਂ, ਇਹ ਸਤਸੰਗਤ ਕਰਦੇ ਹਾਂ, ਵੀ ਤਾਂ ਕਿ ਹੁਣ ਅਸੀਂ ਦੇਸ਼ ਨੂੰ, ਆਪਦੇ ਘਰ ਨੂੰ ਵਾਪਸ ਜਾਣਾ। ਜਦੋਂ ਅਸੀਂ ਵਾਪਸ ਜਾਣਾ, ਇੱਥੇ ਮੈਲ ਸਾਡੇ 'ਤੇ ਲੱਗੀ ਨਾ ਰਹੇ ਜੀ। ਇਹ ਮੈਲ ਨੂੰ ਲਾਹ ਕੇ ਇੱਥੋਂ ਫਿਰ ਅਸੀਂ ਆਪਦੇ ਘਰ ਨੂੰ ਵਾਪਸ ਜਾਣਾ। ਆਓ ਹੁਣ ਜੋ ਮਹਾਰਾਜ ਸਾਨੂੰ ਬੋਲਣ ਨੂੰ ਕਹਿ ਰਹੇ, ਜੋ ਆਪਾਂ ਨੂੰ ਸਿਮਰਨ ਦੱਸਦੇ, ਸਾਸ ਗਿਰਾਸ, ਆਓ ਸਾਰੇ ਗੁਰਮੁਖ ਪਿਆਰੇ ਕਰੋ ਜੀ ਸ਼ੁਰੂ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਸ ਤਰੀਕੇ ਨਾਲ ਗੁਰਮੁਖ ਪਿਆਰਿਓ, ਜਦੋਂ ਇਹ ਆਪਾਂ ਅਭਿਆਸ ਕਰਾਂਗੇ, ਜਿਹੜੀ ਸਾਡੇ ਮਨ ਤੇ ਕਰਮਾਂ ਦੀ ਮੈਲ ਲੱਗੀ, ਇਹ ਸਾਡੇ ਮਨ ਦੀ ਮੈਲ ਉਤਰਦੀ। ਜਿਹੜੇ ਕਰਮਾਂ ਕਰਕੇ ਅਸੀਂ ਪਰਮਾਤਮਾ ਤੋਂ ਦੂਰ, ਜਿਹਨੂੰ ਮਹਾਰਾਜ ਕਹਿੰਦੇ ਆਪ ਕਮਾਣੇ ਵਿਛੜੀ ਦੋਸ ਨਾ ਕਾਹੂ ਦੇਣ, ਵੀ ਆਪਦੇ ਕਰਮਾਂ ਕਰਕੇ ਅਸੀਂ ਮਾਲਕ ਤੋਂ ਵਿਛੜੇ ਹੋਏ ਹਾਂ, ਉਹ ਤੋਂ ਦੂਰ ਹਾਂ ਅਸੀਂ। ਹੁਣ ਜਿਉਂ-ਜਿਉਂ ਅਸੀਂ ਇਹ ਸਿਮਰਨ ਕਰਾਂਗੇ, ਤਿਉਂ-ਤਿਉਂ ਅਸੀਂ ਪਰਮਾਤਮਾ ਦੇ ਨੇੜੇ ਆ ਜਾਵਾਂਗੇ। ਫਿਰ ਅਸੀਂ ਗੁਰੂ ਦੀ ਸ਼ਰਨ 'ਚ ਜਾਵਾਂਗੇ ਅਤੇ ਉਹ ਸਾਨੂੰ ਸਤਿਗੁਰ ਦੇ ਸਨਮੁਖ ਕਰ ਦੇਣਗੇ। ਫਿਰ ਅਸੀਂ ਸਤਿਗੁਰ ਦੀ ਸੇਵਾ ਕਰਾਂਗੇ। ਜੋ ਮਹਾਰਾਜ ਕਹਿੰਦੇ, ਹਰ ਜਨ ਸਤਿਗੁਰ ਦੇਖੋ ਨੈਣੀ, ਜੋ ਇੱਛੈ ਸੋਈ ਫਲ ਪਾਵੋ। ਹਰ ਬੋਲੋ ਗੁਰਮਤਿ ਬੈਣੀ, ਵੀ ਫਿਰ ਅਸੀਂ ਜੋ ਇੱਛਾ ਮੁਤਾਬਕ ਸਤਿਗੁਰ ਤੋਂ ਫਲ ਦੀ ਪ੍ਰਾਪਤੀ ਕਰ ਸਕਦੇ। ਅਤੇ ਅਸੀਂ ਫਿਰ ਸਤਿਗੁਰ ਨੂੰ ਦੇਖਣਾ, ਇਹਨਾਂ ਨੈਣਾਂ ਦੁਆਰਾ ਸਤਿਗੁਰ ਦੀ ਸੇਵਾ ਕਰ। ਇਸ ਵਾਸਤੇ ਹੁਣ ਇਹ ਆਪਾਂ ਇਸ ਅਵਸਥਾ ਤੱਕ ਪਹੁੰਚਣ ਵਾਸਤੇ ਵੱਧ ਤੋਂ ਵੱਧ ਸਿਮਰਨ ਕਰਨਾ। ਗੁਰਬਾਣੀ ਗੁਰੂ ਨੂੰ ਜਦੋਂ ਪੜ੍ਹਦੇ ਹਾਂ, ਵਿਚਾਰਨਾ, ਧਿਆਨ ਦੇ ਨਾਲ ਖੋਜਣਾ, ਤਾਂ ਕਿ ਸਾਡਾ ਮਨ ਪਾਸੇ ਨਾ ਜਾਵੇ, ਅਤੇ ਵੱਧ ਤੋਂ ਵੱਧ ਅਸੀਂ ਸਤਸੰਗਤ ਕਰਨੀ। ਜਿੰਨੀ ਆਪਾਂ ਸੰਗਤ ਕਰਾਂਗੇ, ਓਨਾ ਹੀ ਸਾਨੂੰ ਲਾਭ ਹੋਣਾ, ਲਾਹਾ ਹੋਣਾ, ਓਨਾ ਹੀ ਸਾਨੂੰ ਗੁਰਬਾਣੀ ਗੁਰੂ ਦੀ ਸਮਝ ਆਉਣੀ। ਬਾਕੀ ਇਹ ਜੋ ਸਾਰਾ ਭੇਦ ਗੁਰਬਾਣੀ ਗੁਰੂ ਦੁਆਰਾ ਆਪਾਂ ਨੂੰ ਦਿੱਤਾ ਗੁਰਮੁਖ ਜਨਾਂ ਨੇ, ਭਾਈ ਸਾਹਿਬ ਭਾਈ ਸੇਵਾ ਸਿੰਘ ਜੀ ਧਰਮਾਲਾ, ਬਈ ਜੋ ਸਾਡੇ ਸਾਰਿਆਂ ਦੇ ਜੀਵਨ ਦਾ ਮਨੋਰਥ, ਮਾਲਕ ਨੂੰ ਵਾਹਿਗੁਰੂ ਨੂੰ ਮਿਲਣਾ, ਕਿਵੇਂ ਅਸੀਂ ਮਿਲ ਸਕਦੇ ਹਾਂ, ਕਿਵੇਂ ਅਸੀਂ ਸਤਿਗੁਰ ਦੀ ਸੇਵਾ 'ਤੇ ਲੱਗਣਾ, ਉਹ ਆਪਾਂ ਨੂੰ ਗੁਰਬਾਣੀ ਗੁਰੂ ਦੁਆਰਾ ਸਾਰਾ ਗੁਰਮੁਖਾਂ ਨੇ ਭੇਦ ਦਿੱਤਾ। ਅਤੇ ਆਪਾਂ ਵੀ ਇਹ ਭੇਦ ਲੈ ਕੇ ਆਪਣਾ ਜੋ ਜੀਵਨ ਹੈ ਇਹਨੂੰ ਸਫਲ ਕਰ ਸਕਦੇ। ਸੋ ਇੰਨੀਆਂ ਬੇਨਤੀਆਂ ਨੇ, ਇੰਨੇ ਵਿਚਾਰ ਕਰਦਿਆਂ ਹੋਇਆਂ, ਜੇ ਕੋਈ ਐਸਾ ਸ਼ਬਦ ਬੋਲਿਆ ਗਿਆ ਹੋਵੇ, ਸੰਗਤ ਅਤੇ ਸਤਿਗੁਰੂ ਬਖਸ਼ਣ ਯੋਗ ਨੇ, ਬਖਸ਼ ਦੇਣਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਵਾਹਿਗੁਰੂ।